वाहिगुरु जी का खालसा वाहिगुरु जी की फतेह। गुरु प्यारी साध संगत जी, आप जी जुड़ चुके हो इस संध्या दी ऑनलाइन क्लास नाल, जिस विच आपां सतगुरां दी दया सदका गुरबाणियां दी संथ्या ते विचार करते हैं। हुण तक आपां जपजी साहिब, रहरास साहिब, सोहिला साहिब ते आनंद साहिब दी जिहड़ी है विचार चर्चा ਅਤੇ ਨਾਲ ਉਹਦੀ ਸੰਥਿਆ ਆਪਾਂ ਕਰ ਚੁੱਕੇ ਹਾਂ। ਤੇ ਅੱਜ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਵਈਏ ਤਾਂ ਪ੍ਰਸਾਦ ਸਵਈਏ, ਜਿਨ੍ਹਾਂ ਨੂੰ ਸੁਧਾ ਸਵਈਏ ਕਿਹਾ ਜਾਂਦਾ ਹੈ, ਉਹਦੀ ਵਿਚਾਰ ਆਪਾਂ ਅੱਜ ਆਰੰਭ ਕਰਨੀ ਹੈ। ਸੰਥਿਆ ਆਰੰਭ ਕਰਨੀ ਹੈ। ਗਿਣਤੀ ਵਿੱਚ ਇਹ ਸਵਈਏ 10 ਹਨ ਤੇ ਆਪਾਂ ਸਤਿਗੁਰਾਂ ਦੀ ਬਖਸ਼ਿਸ਼ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ਹੈ ਇਹ, ਉਹਨਾਂ ਦੀ ਦਇਆ ਦੇ ਨਾਲ ਆਪਾਂ ਇਹ ਜੋ ਹੈ ਗੁਰਬਾਣੀ ਦੀ ਸੰਥਿਆ ਇਹ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਇਹਨਾਂ ਸਵਈਆਂ ਦੇ ਬਾਰੇ ਥੋੜ੍ਹਾ ਜਿਹਾ ਜਾਣ ਲਈਏ ਕਿ ਸਵਈਏ ਕਿਹੜੇ ਹਨ ਤੇ ਕਿੱਥੋਂ ਲਏ ਗਏ ਹਨ। ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਕੇ ਫਿਰ ਆਪਾਂ ਸੰਥਿਆ ਆਰੰਭ ਕਰਦੇ ਹਾਂ। ਸਾਧ ਸੰਗਤ, ਸਤਿਗੁਰਾਂ ਦੀ ਪਾਵਨ ਬਾਣੀ ਹੈ ਅਕਾਲ ਉਸਤਤ, ਤੇ ਉਸ ਅਕਾਲ ਉਸਤਤ ਬਾਣੀ ਦੇ ਵਿੱਚ ਇਹ ਸਵਈਏ ਹਨ ਤੇ ਉੱਥੇ ਹੀ 10 ਸਵਈਏ ਇਹ ਹਨ ਤੇ ਨਾਲ ਹੀ ਸਤਿਗੁਰਾਂ ਦੇ ਇਸੇ ਹੀ ਬਾਣੀ ਦੇ ਵਿੱਚ ਅਕਾਲ ਉਸਤਤ ਬਾਣੀ ਦੇ ਵਿੱਚ ਹੀ ਦੀਨਨ ਕੀ ਪ੍ਰਤਪਾਲ ਕਰੇ ਵਾਲੇ ਜਿਹੜੇ ਸਵਈਏ ਹਨ ਉਹ ਵੀ ਹਨ। ਤੇ ਇਸ ਕਰਕੇ 10 ਸਵਈਏ ਉਹ ਹਨ ਤੇ 10 ਹੀ ਇਹ ਜਿਹੜੇ ਸਭ ਤੋਂ ਇਹ ਪਹਿਲੋਂ ਆਉਂਦੇ ਆ ਤੇ ਜਿਹੜੇ ਦੂਸਰੇ ਸਵਈਏ ਉਹ ਬਾਅਦ ਵਿੱਚ ਆਉਂਦੇ ਆ। ਇਹ ਬਾਣੀ ਕਿਹੜੀ ਹੈ? ਅਕਾਲ ਉਸਤਤ। ਅਕਾਲ ਉਸਤਤ ਬਾਣੀ 10ਵੇਂ ਪਾਤਸ਼ਾਹ ਜੀ ਦੀ ਜੋ ਦਸਮ ਗ੍ਰੰਥ ਦੇ ਵਿੱਚ ਜਾਪ ਸਾਹਿਬ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਦਰਜ ਹੈ, ਉਸ ਬਾਣੀ ਦੇ ਵਿੱਚ ਇਹ ਸਵਈਏ ਹਨ। ਤੇ ਇਹਨਾਂ ਨੂੰ ਨਿਖੇੜਨ ਵਾਸਤੇ ਇਹ ਪਤਾ ਲੱਗ ਜਾਵੇ ਕਿਹੜੇ ਸਵਈਏ ਹਨ, ਇਸ ਕਰਕੇ ਇਹਨਾਂ ਸਵਈਆਂ ਨੂੰ ਅੰਮ੍ਰਿਤ ਸਵਈਏ ਜਾਂ ਸੁਧਾ ਸਵਈਏ ਕਿਹਾ ਜਾਂਦਾ ਹੈ। ਸੁਧਾ ਦਾ ਅਰਥ ਵੀ ਜਿਹੜਾ ਹੈ ਅੰਮ੍ਰਿਤ ਹੁੰਦਾ ਹੈ। ਸੁਧਾ ਦਾ ਅਰਥ ਵੀ ਅੰਮ੍ਰਿਤ ਹੁੰਦਾ ਹੈ। ਇਸ ਕਰਕੇ ਅੰਮ੍ਰਿਤ ਸਵਈਏ ਇਹਨਾਂ ਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਬਾਣੀ ਨੂੰ ਜਿਹੜਾ ਹੈ ਉਹ ਅੰਮ੍ਰਿਤ ਛਕਾਉਣ ਵੇਲੇ ਵੀ ਪੜ੍ਹਿਆ ਜਾਂਦਾ ਹੈ, ਤਾਂ ਕਰਕੇ ਇਸ ਬਾਣੀ ਨੂੰ ਸੁਧਾ ਸਵਈਏ ਵੀ ਕਿਹਾ ਜਾਂਦਾ ਤੇ ਅੰਮ੍ਰਿਤ ਸਵਈਏ ਵੀ ਕਿਹਾ ਜਾਂਦਾ। ਸੋ ਇਹ ਬਾਣੀ ਜਿਹੜੀ ਹੈ ਇਹ ਅਕਾਲ ਉਸਤਤ ਦੇ ਵਿੱਚ ਦਰਜ ਹੈ ਤੇ ਇਸ ਬਾਣੀ ਦੀਆਂ ਕੁੱਲ ਜਿਹੜੀਆਂ ਹਨ, ਕੁੱਲ ਸਵਈਏ 10 ਸਵਈਏ ਹਨ ਇਹ ਟੋਟਲ। ਤੇ ਇਹ 10 ਸਵਈਏ ਜਿਹੜੇ ਆ, ਇਹਨਾਂ ਦੇ ਵਿੱਚ ਸਤਿਗੁਰਾਂ ਨੇ ਜਿੰਨੇ ਵੀ ਧਾਰਮਿਕ ਪਖੰਡ ਹਨ ਉਹਨਾਂ ਦਾ ਖੰਡਨ ਕੀਤਾ ਹੈ ਤੇ ਉਹਨਾਂ ਦੇ ਨਾਲ ਹੀ ਸਤਿਗੁਰਾਂ ਨੇ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਪਾਉਣ ਦੀ ਜਿਹੜੀ ਗੱਲ ਇਹਨਾਂ ਸਵਈਆਂ ਦੇ ਵਿੱਚ ਕੀਤੀ ਆ ਕਿ ਭਾਈ ਜਿੰਨੇ ਮਰਜ਼ੀ ਕੰਮ, ਜਿੰਨੇ ਮਰਜ਼ੀ ਕਾਰਜ ਕਰ ਲਾ, ਜੋ ਮਰਜ਼ੀ ਕਰ ਲਾ, ਪਰ ਜਿੰਨਾ ਚਿਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਨਹੀਂ ਪਾਵੇਂਗਾ ਨਾ, ਉਹਨਾਂ ਚਿਰ ਤੇਰੀ ਗੱਲ ਨਹੀਂ ਬਣਨੀ, ਉਹਨਾਂ ਚਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਸੋ ਜਿੱਥੇ ਇਹਨਾਂ ਸਵਈਆਂ 'ਚ ਕਰਮ ਕਾਂਡਾਂ ਦਾ ਜ਼ਿਕਰ ਹੈ, ਉੱਥੇ ਹੀ ਸਤਿਗੁਰਾਂ ਨੇ ਹੋਰ ਕਈ ਚੰਗੇ ਚੰਗੇ ਵਿਸ਼ੇ ਛੋਹ ਕੇ ਤੇ ਮਨੁੱਖ ਦੀ ਬੁੱਧੀ ਨੂੰ ਇੰਨਾ ਪ੍ਰਬਲ ਕੀਤਾ ਹੈ ਕਿ ਭਾਈ ਉਸ ਅਕਾਲ ਪੁਰਖ ਤੋਂ ਬਿਨਾਂ ਸੰਸਾਰ ਦੇ ਜਿੰਨੇ ਵੀ ਕਾਰਜ ਹਨ ਜਿਹੜੇ ਕੀਤੇ ਜਾਂਦੇ ਆ, ਉਹ ਤੇਰੇ ਲਈ ਕਿਸੇ ਵੀ ਫਲਦਾਇਕ ਨਹੀਂ ਹਨ। ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤੇ ਉਹਨੂੰ ਸੱਚੀ ਲਗਨ ਤੇ ਸੱਚੀ ਪ੍ਰੀਤ ਨਾਲ ਪਾਇਆ ਜਾ ਸਕਦਾ। ਇਹ ਸਤਿਗੁਰਾਂ ਨੇ ਇਸ ਬਾਣੀ ਦਾ ਜਿਹੜਾ ਹੈ ਵਿਸ਼ੇਸ਼ ਮਨੋਰਥ ਦ੍ਰਿੜ ਕਰਵਾਇਆ। ਸੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਤਵ ਪ੍ਰਸਾਦ ਸਵਈਏ। ਇਹਨੂੰ ਸਵਈਏ ਪੜ੍ਹਨਾ ਹੈ, ਤਵ ਪ੍ਰਸਾਦ, ਤਵ ਪ੍ਰਸਾਦ ਸਵਈਏ। ਸੋ ਇੱਥੇ ਧਿਆਨ ਦੇਣ ਯੋਗ ਹੈ ਕਿ ਇਹਦੇ ਉੱਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਇਹਦੇ ਉੱਪਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ ਕਿਉਂ ਨਹੀਂ ਲਿਖਿਆ। ਤੇ ਮੈਂ ਆਪ ਜੀ ਨਾਲ ਵਿਚਾਰ ਕਰ ਚੁੱਕਾ ਕਿ ਇਹ ਜਿਹੜੇ ਸਵਈਏ ਆ, ਇੱਕ ਬਾਣੀ ਸਤਿਗੁਰਾਂ ਦੀ ਅਕਾਲ ਉਸਤਤ ਉਹਦੇ ਵਿੱਚੋਂ ਲਏ ਗਏ ਆ।
ਤੇ ਇਹ ਆਪਾਂ ਦੇਖਦੇ ਹਾਂ ਜਦੋਂ ਬਾਣੀ ਦੀ ਆਰੰਭਤਾ ਹੁੰਦੀ ਹੈ ਉਦੋਂ ਉਹਦੇ ਉੱਪਰ ਲਿਖਿਆ ਹੁੰਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਬਾਣੀ ਆਰੰਭ ਹੁੰਦੀ ਹੈ ਉਹਦੇ ਉੱਪਰ ਲਿਖਿਆ ਜਾਂਦਾ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ। ਇਸ ਕਰਕੇ ਜਦੋਂ ਅਕਾਲ ਉਸਤਤ ਸ਼ੁਰੂ ਹੁੰਦੀ ਹੈ ਨਾ, ਤੇ ਉਸ ਸਮੇਂ ਜਿਹੜਾ ਹੈ ਉਸ ਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਗਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਤਰ੍ਹਾਂ ਇਹ ਬਾਣੀ ਜਿਹੜੀ ਅਕਾਲ ਉਸਤਤ ਆਰੰਭ ਹੁੰਦੀ ਹੈ। ਤੇ ਇਹ ਉਸ ਬਾਣੀ ਦੇ ਵਿੱਚੋਂ ਲੈ ਗਏ ਸਵਈਏ, ਇਸ ਕਰਕੇ ਇਹਦੇ ਉੱਤੇ ਕੋਈ ਸਰਲੇਖ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਨਹੀਂ ਪਾਇਆ ਗਿਆ। ਪਰ ਜਦੋਂ ਅਸੀਂ ਪਿਆਰ ਦੇ ਨਾਲ ਬਾਣੀ ਪੜ੍ਹਨੀ ਹੈ ਤੇ ਪਤਾ ਲੱਗੇ ਕਿ 10ਵੇਂ ਪਾਤਸ਼ਾਹ ਦੀ ਬਾਣੀ ਹੈ, ਇਸ ਕਰਕੇ ਆਪਾਂ ਜਿਹੜਾ ਇਹਦੇ ਉੱਪਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ ਤਬ ਪ੍ਰਸਾਦ ਸੋਈਏ, ਇਸ ਤਰ੍ਹਾਂ ਆਪਾਂ ਪੜ੍ਹਨਾ ਹੁੰਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ ਤਬ ਪ੍ਰਸਾਦ ਸੋਈਏ। ਤਬ ਦਾ ਅਰਥ ਹੈ ਉਹ ਅਕਾਲ ਪੁਰਖ ਪਰਮਾਤਮਾ, ਪ੍ਰਸਾਦ ਉਸ ਦੀ ਕਿਰਪਾ। ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ। ਇਹ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਮੈਂ ਇਹ ਸਵਈਏ ਉਚਾਰਨ ਕਰ ਲੱਗਾ ਹਾਂ। ਤਬ ਪ੍ਰਸਾਦ ਸਵਈਏ, ਤਬ ਦਾ ਅਰਥ ਹੈ ਤੇਰੀ, ਪ੍ਰਸਾਦ ਦਾ ਅਰਥ ਹੈ ਕਿਰਪਾ। ਤੇਰੀ ਕਿਰਪਾ ਦੇ ਨਾਲ ਸਵਈਏ ਕਹਿਣ ਲੱਗਾ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਤਿਗੁਰੂ ਕਹਿੰਦੇ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ। ਸਤਿਗੁਰੂ ਕਹਿੰਦੇ ਆ ਸਰਾਵਗ ਜਿਹੜੇ ਜੈਨੀ ਹੁੰਦੇ ਆ ਤੇ ਬੋਧੀ ਹੁੰਦੇ ਆ, ਇਹਨਾਂ ਨੂੰ ਮੰਨਣ ਵਾਲੇ, ਇਹਨਾਂ ਨੂੰ ਸਰਾਵਕ ਕਿਹਾ ਜਾਂਦਾ, ਸਰੇਵੜੇ ਕਿਹਾ ਜਾਂਦਾ ਹੈ। ਜਿਹੜੇ ਬੋਧੀ ਤੇ ਜੈਨੀ ਹੁੰਦੇ ਆ ਨਾ, ਇਹਨਾਂ ਦੇ ਬਾਰੇ ਗੱਲ ਕੀਤੀ ਹੈ। ਸਰਾਵਗ ਸੁਧ ਸਮੂਹ ਸਿਧਾਨ ਕੇ। ਸਤਿਗੁਰੂ ਕਹਿੰਦੇ ਇਹਨਾਂ ਦੇ ਮੈਂ ਸਾਰੇ ਜਿਹੜੇ ਜੈਨ ਮਤ, ਬੁੱਧ ਮਤ, ਜਿੰਨੇ ਵੀ ਇਹਨਾਂ ਦੇ ਸਰੇਵੜੇ ਕਰਮਕਾਂਡੀ, ਇਹ ਸਾਰੇ ਮੈਂ ਦੇਖ ਲਏ। ਸੁੱਧ ਸਮੂਹ, ਇਹਨਾਂ ਦੇ ਸਮੂਹ ਮੈਂ ਦੇਖ ਲਏ। ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਸਤਿਗੁਰੂ ਕਹਿੰਦੇ ਇਹ ਵੀ ਮੈਂ ਦੇਖ ਲਏ। ਫਿਰ ਉਹਦੇ ਨਾਲ ਜੋਗੀ ਤੇ ਜਤੀ, ਜੋਗ ਜਤੀ ਕੇ, ਜੋਗੀ ਵੀ ਦੇਖ ਲਏ, ਉਹਨਾਂ ਨੂੰ ਵੀ ਪਰਖ ਲਿਆ, ਤੇ ਜਤੀ ਜਿਹੜੇ ਜਾਤ ਸਾਤ ਰੱਖਣ ਵਾਲੇ ਉਹਨਾਂ ਨੂੰ ਵੀ ਪਰਖ ਲਿਆ। ਸਰਾਵਗ ਸਰੇਵੜੇ ਜਿਹੜੇ ਹਨ ਬੁੱਧ ਜੈਨ ਨੂੰ ਮੰਨਣ ਵਾਲੇ, ਕਰਮਕਾਂਡੀ, ਉਹਨਾਂ ਨੂੰ ਵੀ ਦੇਖ ਲਿਆ, ਉਹਨਾਂ ਦੇ ਸਮੂਹ ਵੀ ਦੇਖ ਲਏ। ਦੇਖ ਫਿਰਿਓ ਘਰ ਜੋਗ ਜਤੀ ਕੇ, ਤੇ ਜੋਗੀਆਂ ਦੇ ਜਤੀਆਂ ਦੇ ਘਰ ਵੀ ਮੈਂ ਫਿਰ ਕੇ ਦੇਖ ਲਏ। ਭਾਵ ਮੈਂ ਇਹਨਾਂ ਨੂੰ ਵੀ ਪਰਖ ਲਿਆ ਹੈ ਕਿ ਇਹ ਕਿੰਨੇ ਕੁ ਪਾਣੀ 'ਚ ਆ। ਦੇਖੋ ਸਤਿਗੁਰਾਂ ਨੇ ਸਿੱਧਾ ਹੀ ਕਰਮ ਕਾਂਡਾਂ ਦੇ ਉੱਤੇ ਵਾਰ ਕੀਤਾ ਹੈ। ਆਰੰਭਤਾ ਦੇ ਵਿੱਚ ਹੀ ਸਰਾਵਗ ਸਰਾਵਗ ਸੁੱਧ ਸਮੂਹ ਸਿਧਾਨ ਕੇ, ਇੱਥੇ ਰੁਕਣਾ ਹੈ। ਦੇਖ ਫਿਰਿਓ ਘਰ ਜੋਗ ਜਤੀ ਕੇ, ਮੈਂ ਇਹਨਾਂ ਸਾਰਿਆਂ ਦੇ ਘਰ ਦੇਖ ਕੇ ਫਿਰ ਕੇ ਵੇਖ ਚੁੱਕਾ ਹਾਂ, ਘੁੰਮ ਕੇ ਦੇਖ ਚੁੱਕਾ। ਇਹਨਾਂ ਦੇ ਬਾਰੇ ਬੜਾ ਕੁਝ ਮੈਂ ਪਤਾ ਕੀਤਾ ਹੈ। ਸੂਰ ਸੁਰਾਰਦਨ, ਸੁਰਾਰਦਨ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸੂਰ ਸੁਰਾਰਦਨ, ਸੂਰ ਦਾ ਅਰਥ ਹੁੰਦਾ ਹੈ ਸੂਰਵੀਰ ਯੋਧੇ, ਸੂਰਮੇ। ਤੇ ਸੁਰਾਰਦਨ ਦਾ ਅਰਥ ਹੁੰਦਾ ਹੈ ਦੈਂਤ। ਸੁਰ ਦਾ ਅਰਥ ਹੁੰਦਾ ਹੈ ਦੇਵਤੇ, ਸੁਰਾਰਦਨ ਦਾ ਅਰਥ ਬਣਿਆ ਦੇਵਤਿਆਂ ਨੂੰ ਮਾਰਨ ਵਾਲੇ, ਭਾਵ ਦੈਂਤ। ਸੂਰ ਸੁਰਾਰਦਨ ਸੁਧ ਸੁਧਾਦਿਕ, ਤੇ ਜਿਹੜੇ ਸੁਧ, ਸੁਧ ਦਾ ਅਰਥ ਹੁੰਦਾ ਹੈ ਅੰਮ੍ਰਿਤ, ਸੁਧਾਦਿਕ ਉਹਨੂੰ ਪੀਣ ਵਾਲੇ, ਅੰਮ੍ਰਿਤ ਨੂੰ ਪਾਨ ਕਰਨ ਵਾਲੇ ਦੇਵਤੇ ਜਿਹੜੇ ਸਨ, ਜਿਨ੍ਹਾਂ ਨੇ ਜਿਹੜਾ ਸੀ ਪਰਬਤ ਰਿੜਕ ਕੇ ਸਮੁੰਦਰ ਤੇ ਉਹਦੇ ਵਿੱਚੋਂ 14ਵਾਂ ਰਤਨ ਜਿਹੜਾ ਸੀ ਅੰਮ੍ਰਿਤ ਨਿਕਲਿਆ, ਉਹਨੂੰ ਪੀਤਾ। ਤੇ ਇਥੋਂ ਭਾਵ ਹੈ ਦੇਵਤੇ, ਕਿ ਮੈਂ ਸੂਰਬੀਰ ਵੀ ਵੇਖ ਲਏ, ਤੇ ਮੈਂ ਸੁਰਾਰਦਨ ਦੈਂਤ ਵੀ ਦੇਖ ਲਏ। ਸੁਧ ਸੁਧਾਦਿਕ ਭਾਵ ਮੈਂ ਜਿਹੜੇ ਹਨ ਉਹ ਦੇਵਤੇ ਵੀ ਵੇਖ ਲਏ। ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ, ਅਨੇਕਾਂ ਤਰ੍ਹਾਂ ਦੇ ਸੰਤਾਂ ਦੀਆਂ ਮੰਡਲੀਆਂ ਜਿਹੜੀਆਂ ਉਹ ਮੈਂ ਵੇਖ ਲਈਆਂ। ਸਤਿਗੁਰੂ ਕਹਿੰਦੇ ਮੈਂ ਤੁਰ ਫਿਰ ਕੇ ਇਹਨਾਂ ਸਾਰਿਆਂ ਨੂੰ ਪਰਖ ਲਿਆ, ਇਹਨਾਂ ਸਾਰਿਆਂ ਨੂੰ ਵੇਖ ਲਿਆ। ਅਖੀਰਲੀ ਪੰਕਤੀ ਸਤਿਗੁਰੂ ਨਿਰਣਾ ਕਰਨਗੇ ਤੇ ਆਪਾਂ ਇਸੇ ਤਰ੍ਹਾਂ ਅਖੀਰਲੀ ਪੰਕਤੀ ਤੱਕ ਜਾਣਾ ਹੈ। ਸਤਿਗੁਰੂ ਕਹਿੰਦੇ ਕਿ ਮੈਂ ਸਰਾਵਗ ਵੀ ਦੇਖ ਲਏ, ਬੋਧੀ ਜੈਨੀ ਵੀ। ਫਿਰ ਉਦੋਂ ਬਾਅਦ ਮੈਂ ਜਿਹੜੇ ਆ ਜੋਗ ਜਤੀ, ਜੋਗੀ ਵੀ ਦੇਖ ਲਏ, ਜਤੀ ਵੀ ਦੇਖ ਲਏ। ਫਿਰ ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਸੂਰਮੇ ਵੀ ਵੇਖ ਲਏ, ਦੈਤ ਵੀ ਵੇਖ ਲਏ, ਉਹਨਾਂ ਨੂੰ ਵੀ ਪਰਖ ਲਿਆ। ਉਹਨਾਂ ਕੋਲ ਕਿੰਨਾ ਗਿਆਨ ਸੀ ਉਹ ਵੀ ਮੈਂ ਪਰਖ ਲਿਆ। ਫਿਰ ਮੈਂ ਜਿਹੜੇ ਦੇਵਤੇ ਸਨ ਉਹਨਾਂ ਨੂੰ ਵੀ ਪਰਖ ਲਿਆ। ਫਿਰ ਉਸ ਤੋਂ ਬਾਅਦ ਅਨੇਕ ਮਤਾਂ ਵਾਲੇ ਜਿਹੜੇ ਅਨੇਕ ਸੰਤ ਸਨ, ਅਨੇਕ ਮਤੀ ਕੇ, ਅਨੇਕ ਮਤ, ਜਿੰਨੇ ਵੀ ਮਤ ਚੱਲਦੇ ਸਨ ਹਿੰਦੁਸਤਾਨ ਦੇ ਵਿੱਚ, ਸਤਿਗੁਰੂ ਕਹਿੰਦੇ
ਮੈਂ ਉਹਨਾਂ ਸਾਰਿਆਂ ਨੂੰ ਵੇਖ ਲਿਆ, ਸਾਰਿਆਂ ਨੂੰ ਪਰਖ ਲਿਆ। ਸੂਰ ਸਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਮਤਾਂ ਵਾਲੇ ਜਿੰਨੇ ਵੀ ਸੰਤਾਂ ਦੇ ਸਮੂਹ ਸਨ, ਉਹ ਸਾਰੇ ਹੀ ਫਿਰ ਕੇ ਮੈਂ ਦੇਖ ਲਿਆ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋਊ ਨਾ ਦੇਖੀਏ ਪ੍ਰਾਣਪਤੀ ਕੇ। ਸਤਿਗੁਰੂ ਕਹਿੰਦੇ ਮੈਂ ਸਾਰੇ ਹੀ ਦੇਸ਼ਾਂ ਦੇਸ਼ਾਂਤਰਾਂ ਦੇ ਸਾਰੇ ਮਤਾਂ ਨੂੰ ਜਾ ਕੇ ਦੇਖ ਲਿਆ ਹੈ, ਪਰ ਮੈਨੂੰ ਕੋਊ ਨਾ ਦੇਖਿਤ ਪ੍ਰਾਣਪਤੀ ਕੇ, ਕੋਈ ਨਹੀਂ ਮੈਨੂੰ ਦਿਖਿਆ ਜਿਹੜਾ ਉਸ ਪ੍ਰਾਣਪਤੀ ਨੂੰ ਦੇਖ ਰਿਹਾ ਹੋਵੇ, ਜਿਹੜਾ ਉਸ ਪਰਮੇਸ਼ਰ ਨੂੰ ਧਿਆ ਰਿਹਾ ਹੋਵੇ, ਜਿਹੜਾ ਪ੍ਰਾਣਾਂ ਦਾ ਪਤੀ ਅਕਾਲ ਪੁਰਖ ਹੈ ਨਾ। ਮੈਂ ਇਹਨਾਂ ਸਾਰਿਆਂ ਨੂੰ ਵੇਖ ਲਿਆ, ਸਾਰੇ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਆ। ਹੁਣ ਬੋਧੀਆਂ ਦੇ ਕਰਮ ਕਾਂਡ ਕੀ ਹੁੰਦੇ ਆ ਤੇ ਜੈਨੀਆਂ ਦੇ ਕਰਮ ਕਾਂਡ ਜਿਹੜੇ ਹੁੰਦੇ ਆ, ਉਹ ਪਤਾ ਹੈ ਕਿ ਉਹ ਜੀਵ ਹੱਤਿਆ ਨਹੀਂ ਕਰਦੇ। ਤੇ ਖੈਰ ਬੋਧੀ ਤੇ ਮੰਨਦੇ ਨਹੀਂ ਪਰਮੇਸ਼ਰ ਹੈ ਕਿ ਨਹੀਂ। ਉਹ ਤਾਂ ਬੁੱਧ ਜਿਹੜੇ ਮਹਾਤਮਾ ਬੁੱਧ ਸਨ, ਉਪਦੇਸ਼ ਉਹਨਾਂ ਦੇ ਬਹੁਤ ਸੁੰਦਰ ਸਨ, ਪਰ ਉਹ ਪਰਮੇਸ਼ਰ ਵਾਲੀ ਗੱਲ ਤੋਂ ਚੁੱਪ ਰਹੇ। ਮਹਾਤਮਾ ਬੁੱਧ ਨੇ ਕਦੀ ਨਹੀਂ ਇਹ ਨਿਰਣਾ ਕੀਤਾ ਕਿ ਪਰਮੇਸ਼ਰ ਹੈ ਜਾਂ ਨਹੀਂ ਹੈ। ਹਾਂ, ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਹੈ ਵੀ ਨਿਰਵਾਣ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਆਪਾ ਜਿਹੜਾ ਸ਼ੁੱਧ ਕਰਨਾ ਪਵੇਗਾ। ਇਹ ਗੱਲ ਮਹਾਤਮਾ ਬੁੱਧ ਨੇ ਕਹੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਜੈਨ ਧਰਮ ਦੇ ਲੋਕ ਹਨ, ਉਹ ਪਰਮੇਸ਼ਰ ਦੇ ਵਿੱਚ ਤੇ ਆਵਾਗਮਨ ਚ ਵਿਸ਼ਵਾਸ ਰੱਖਦੇ ਆ। ਇਸ ਕਰਕੇ ਇਹ ਵੀ ਪਰਮੇਸ਼ਰ ਤੋਂ ਜਿਹੜੇ ਆ, ਇਹਨਾਂ ਦੇ ਬਾਰੇ ਵੀ ਮਹਾਵੀਰ ਜੈਨ ਉਹਨਾਂ ਨੇ ਕੁਛ ਨਹੀਂ ਬੋਲਿਆ। ਪਰ ਇਸ ਗੱਲ ਦੇ ਉੱਤੇ ਇਹ ਵੀ ਨਿਰਣਾ ਦਿੰਦੇ ਆ ਕਿ ਮਨੁੱਖ ਨੂੰ ਜਿਹੜਾ ਕਰਮਾਂ ਦੇ ਕਰਕੇ ਦੁਬਾਰਾ ਆਵਾਗਮਨ ਦੇ ਵਿੱਚ ਪੈਣਾ ਪੈਂਦਾ। ਇਸ ਕਰਕੇ ਇਹਨਾਂ ਨੇ ਕਿਹਾ ਕਿ ਅਹਿੰਸਾ ਪਰਮ ਧਰਮ, ਜਿਹੜੀ ਅਹਿੰਸਾ ਹੈ ਉਹ ਸਭ ਤੋਂ ਵੱਡਾ ਧਰਮ ਹੈ। ਇਸ ਕਰਕੇ ਇਹ ਲੋਕ ਜਿਹੜੇ ਆ ਇਹਨਾਂ ਕਰਮ ਕਾਂਡਾਂ ਦੇ ਵਿੱਚ ਜੁਝੇ ਹੋਏ ਆ। ਆਪਣੇ ਸਿਰ ਦੇ ਵਾਲ ਜਿਹੜੇ ਮੁਨਾ ਲੈਣੇ ਕਿ ਉਹਨਾਂ ਦੇ ਵਿੱਚ ਜਿਹੜੇ ਆ ਜੀਵ ਨਾ ਪਲ ਸਕਣ। ਇਹ ਨਾ ਹੋਵੇ ਉਹ ਜੀਵ ਜੂਆਂ ਜਾਂ ਹੋਰ ਚੰਮ ਦੇ ਜਿਹੜੇ ਜੀਵ ਹਨ ਉਹ ਪਲ ਜਾਣ ਤੇ ਬਾਅਦ ਵਿੱਚ ਜਿਹੜਾ ਸਾਨੂੰ ਉਹਨਾਂ ਦੀ ਮੌਤ, ਉਹਨਾਂ ਦੀ ਹੱਤਿਆ ਜਿਹੜੀ ਉਹਦਾ ਪਾਪ ਲੱਗੇ। ਇਸ ਕਰਕੇ ਸਿਰ ਮਨਾ ਕੇ ਰੱਖਦੇ ਆ, ਸਰੀਰ ਤੇ ਕੋਈ ਵਾਲ ਨਹੀਂ ਰੱਖਦੇ। ਫਿਰ ਉਹਦੇ ਨਾਲ ਹੀ ਜਦੋਂ ਇਹ ਪਖਾਨੇ ਜਾਂਦੇ ਆ, ਭਾਵ ਜਦੋਂ ਇਹ ਜੰਗਲ ਪਾਣੀ ਜਾਂਦੇ, ਉਹਨੂੰ ਫਰੋਲ ਆਉਂਦੇ ਆ ਕਿ ਕਿਤੇ ਵਿੱਚ ਕੀੜੇ ਨਾ ਪੈ ਜਾਣ ਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਉਹ ਕੀੜੇ ਜਿਹੜੇ ਆ ਉਹ ਮਰ ਜਾਣ ਤੇ ਸਾਨੂੰ ਉਹਨਾਂ ਦਾ ਪਾਪ ਲੱਗੇ। ਇਹ ਇਸ ਤਰ੍ਹਾਂ ਦੇ ਕਰਮ ਕਾਂਡ ਕਰਦੇ ਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਫੋਲ ਫਦੀਹਤ ਮੁਫਲੈਣ ਪੜਾਸਾ ਪਾਣੀ ਦੇਖ ਸਗਾਹੀ। ਇਹ ਮਾਝ ਰਾਗ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਸਤਿਗੁਰਾਂ ਨੇ ਖੁਲਾਸਾ ਕੀਤਾ ਹੈ ਇਹਨਾਂ ਦੇ ਬਾਰੇ, ਇਹਨਾਂ ਸਰੇਵੜਿਆਂ ਦੇ ਬਾਰੇ। ਸੋ ਇਸ ਤਰ੍ਹਾਂ ਦੇ ਕਰਮ ਕਾਂਡਾਂ ਦੇ ਵਿੱਚ ਜਿਹੜੇ ਰੁੱਝੇ ਹੋਏ ਆ ਤੇ ਇਹਦੇ ਨਾਲ ਹੀ ਜਿਹੜੇ ਜੋਗੀ ਆ ਜੋਗ ਮਤ ਦੇ ਅੰਗਾਂ ਦੇ ਨਾਲ ਲੱਗੇ ਹੋਏ ਆ। ਪਰਮੇਸ਼ਰ ਦੀ ਗੱਤ ਨਹੀਂ ਨਾ ਜਾਣੀ, ਉਹ ਤੇ ਕਰਮ ਕਾਂਡਾਂ ਦੇ ਵਿੱਚ ਲੱਗੇ ਹੋਏ ਨਾ। ਜੋਗੀ ਆਪਣੇ ਕਰਮ ਕਾਂਡਾਂ ਨੂੰ ਕਰੀ ਜਾਂਦੇ ਆ। ਜਤੀ ਜਿਹੜੇ ਉਹ ਜਤ ਰੱਖ ਕੇ ਆਪਣੇ ਹੰਕਾਰ ਚ ਤੁਰੇ ਫਿਰਦੇ ਕਿ ਅਸੀਂ ਜਤੀ ਹੁੰਨੇ ਆ। ਤੇ ਇਸੇ ਤਰ੍ਹਾਂ ਜਿਹੜੇ ਸੂਰਮੇ ਆ, ਸੂਰਮੇ ਇਸ ਹੰਕਾਰ ਚ ਤੁਰੇ ਫਿਰਦੇ ਕਿ ਅਸੀਂ ਬਹੁਤ ਸੂਰਬੀਰ ਆ ਤੇ ਉਹਨਾਂ ਨੂੰ ਪਰਮੇਸ਼ਰ ਦਾ ਕੋਈ ਖਿਆਲ ਨਹੀਂ। ਦੈਂਤ ਜਿਹੜੇ ਆ ਉਹ ਵਿਕਾਰ ਕਮਾਉਣ ਦੇ ਵਿੱਚ ਲੱਗੇ ਹੋਏ ਆ, ਦੈਂਤ ਲੋਕ। ਤੇ ਜਿਹੜੇ ਹਨ ਦੇਵਤੇ, ਉਹ ਆਪਣੀਆਂ ਜਿਹੜੀਆਂ ਇੰਦਰ ਪਦਵੀਆਂ ਤੇ ਬੈਠੇ ਹੋਏ ਆ, ਆਪਣੀਆਂ ਪਦਵੀਆਂ ਨੂੰ ਸਾਂਭ ਕੇ ਬੈਠੇ ਆ ਕਿ ਕੋਈ ਇੱਥੋਂ ਤੱਕ ਨਾ ਪਹੁੰਚ ਜਾਵੇ। ਉਹਨਾਂ ਨੂੰ ਪਰਮੇਸ਼ਰ ਦੀ ਕੋਈ ਗੱਤ ਨਹੀਂ ਹੈ। ਤੇ ਅਨੇਕ ਸਮੂਹ ਸਤਿਗੁਰ ਕਹਿੰਦੇ ਮੈਂ ਸੰਤਾਂ ਦੇ ਦੇਖ ਲਏ, ਪਰ ਮੈਨੂੰ ਕਿਤਿਓਂ ਵੀ ਉਹ ਪ੍ਰਾਣਾਂ ਦਾ ਪਤੀ ਪਰਮੇਸ਼ਰ ਨੂੰ ਯਾਦ ਕਰਨ ਵਾਲਾ ਕੋਈ ਵੀ ਐਸਾ ਮਨੁੱਖ ਨਹੀਂ ਮਿਲਿਆ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਮੈਂ ਸਾਰੇ ਹੀ ਦੇਸ਼ ਦੇਸ਼ਾਂਤਰ ਨੂੰ ਘੁੰਮ ਲਿਆ ਤੇ ਸਾਰਿਆਂ ਮਤਾਂ ਮਤਾਂਤਰਾਂ ਨੂੰ ਵਿਆਚ ਲਿਆ। ਕਉ ਨਾ ਦੇਖਿਤ ਪ੍ਰਾਣਪਤੀ ਕੇ, ਕੋਈ ਵੀ ਉਸ ਪ੍ਰਾਣਾਂ ਦੇ ਪਤੀ ਪਰਮੇਸ਼ਰ ਨੂੰ ਵੇਖ ਨਹੀਂ ਰਿਹਾ, ਕੋਈ ਵੀ ਉਹਨੂੰ ਯਾਦ ਨਹੀਂ ਕਰ ਰਿਹਾ। ਉਸ ਸੱਚੇ ਅਰਥਾਂ ਦੇ ਵਿੱਚ ਉਹ ਪਰਮਾਤਮਾ ਨੇ ਜਿਹਨੇ ਬਣਾਇਆ ਹੈ ਉਹਦੇ ਬਾਰੇ ਕੋਈ ਖਿਆਲ ਹੀ ਨਹੀਂ ਕਰਦਾ ਕਿ ਉਹਨੂੰ ਕਿਵੇਂ ਯਾਦ ਕਰਨਾ ਹੈ, ਕਿਵੇਂ ਉਹਨੂੰ ਸਿਮਰਨਾ ਹੈ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ, ਏਕ ਰੱਤੀ ਬਿਨ ਏਕ ਰੱਤੀ ਕੇ। ਸਤਿਗੁਰੂ ਕਹਿੰਦੇ ਕਿ ਸ਼੍ਰੀ ਭਗਵਾਨ, ਉਸ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ, ਉਸ ਅਕਾਲ ਪੁਰਖ ਭਗਵਾਨ ਨੂੰ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁੰਦੀ, ਉਹਦੀ ਕਿਰਪਾ ਤੋਂ ਬਿਨਾਂ ਇਹ ਜਿਹੜੇ ਮਤ ਮਤਾਂਤਰ ਹਨ, ਇਹ ਜਿਹੜੇ ਜਿੰਨੇ ਵੀ ਸਰੇਵੜੇ ਹਨ, ਜੋਗੀ ਹਨ, ਜਤੀ ਹਨ, ਸਾਧਾਂ ਦੇ ਸੰਤਾਂ ਦੇ ਸਮੂਹ ਹਨ, ਦੇਵਤੇ ਹਨ, ਦੈਤ ਹਨ, ਇਹ ਸਾਰੇ ਹੀ ਰੱਤੀ ਜਿੰਨਾ ਮੁੱਲ ਰੱਖਦੇ ਆ। ਸਿਰਫ ਇੱਕ ਰੱਤੀ ਬਿਨ, ਜੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਪ੍ਰਤੀ ਇੱਕ ਰੱਤੀ ਜਿੰਨਾ ਪ੍ਰੇਮ ਵੀ ਨਹੀਂ ਨਾ ਹੈਗਾ, ਤੇ ਫਿਰ ਸਮਝ ਲਓ ਕਿ ਉਹ ਇੱਕ ਰੱਤੀ ਜਿੰਨੇ ਉਹਨਾਂ ਦਾ ਮੁੱਲ ਹੈ। ਇੱਕ ਰੱਤੀ ਬਿਨ ਇੱਕ ਰੱਤੀ ਕੇ, ਇੱਕ ਰਤੀ ਬਿਨ, ਜੇ ਉਹਨਾਂ ਦੇ ਵਿੱਚ ਇੱਕ ਪ੍ਰੀਤ ਨਹੀਂ ਹੈ, ਪਹਿਲੀ ਰਤੀ ਦਾ ਅਰਥ ਕਰਾਂਗੇ ਪ੍ਰੀਤ, ਜੇ ਉਹਨਾਂ ਦੇ ਵਿੱਚ ਪਿਆਰ ਨਹੀਂ ਹੈਗਾ,
ਇਹਨੂੰ ਰਤੀ ਪੜ੍ਹਨਾ ਤੇ ਅਗਲੀ ਨੂੰ ਰੱਤੀ ਪੜ੍ਹਨਾ। ਏਕ ਰਤੀ ਬਿਨ ਏਕ ਰੱਤੀ ਕੇ, ਜੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਪ੍ਰਤੀ ਪਿਆਰ ਹੀ ਨਹੀਂ ਹੈਗਾ, ਏਕ ਪਰਮੇਸ਼ਰ ਦਾ ਪਿਆਰ ਨਹੀਂ ਹੈਗਾ, ਏਕ ਰੱਤੀ ਕੇ, ਫਿਰ ਇੱਕ ਰੱਤੀ ਜਿੰਨਾ ਉਹਨਾਂ ਦਾ ਮੁੱਲ ਹੈ। ਭਾਵੇਂ ਉਹ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ, ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਣ, ਉਹਨਾਂ ਦੇ ਕਰਮ ਕਾਂਡਾਂ ਦਾ ਮੁੱਲ ਜੇ ਹੈ ਤੇ ਸਿਰਫ ਇੱਕ ਰੱਤੀ ਜਿੰਨਾ ਮੁੱਲ ਹੈ। ਹੋਰ ਇਦੋਂ ਵੱਧ ਸਤਿਗੁਰੂ ਕਹਿੰਦੇ ਇਹਨਾਂ ਦਾ ਕੋਈ ਮੁੱਲ ਨਹੀਂ ਹੈ। ਜੇ ਪਰਮੇਸ਼ਰ ਦੇ ਨਾਲ, ਜੇ ਉਸ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਉਂਦੇ, ਤੇ ਜੇ ਪਰਮੇਸ਼ਰ ਨਾਲ ਪਿਆਰ ਪਾਉਂਦੇ ਆ ਫਿਰ ਉਹਨਾਂ ਦੇ ਇਹਨਾਂ ਮਤਾਂ ਮਤਾਂਤਰਾਂ ਦੇ ਵਿੱਚ ਵੀ ਭਲਾ ਹੈ। ਪਰ ਜੇ ਉਹ ਨਹੀਂ ਪਾਉਂਦੇ ਪਰਮੇਸ਼ਰ ਨਾਲ ਪਿਆਰ, ਤੇ ਉਹਨਾਂ ਦਾ ਕੋਈ ਮੁੱਲ ਨਹੀਂ, ਇੱਕ ਰੱਤੀ ਜਿੰਨਾ ਉਹਨਾਂ ਦਾ ਮੁੱਲ ਹੈ। ਤੋ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਸਤਿਗੁਰੂ ਕਹਿੰਦੇ ਆ ਮਾਤੇ ਮਤੰਗ, ਮਤੰਗ ਦਾ ਅਰਥ ਹੁੰਦਾ ਹੈ ਹਾਥੀ। ਸਤਿਗੁਰੂ ਕਹਿੰਦੇ ਮਸਤੇ ਹੋਏ ਹਾਥੀ ਜਰੇ ਜਰ ਸੰਗ, ਉਹਨਾਂ ਨੂੰ ਸੋਨੇ ਦੇ ਵਿੱਚ ਮੜਿਆ ਹੋਵੇ। ਮਸਤੇ ਹੋਏ ਹਾਥੀ ਹੋਣ, ਮਸਤ ਹਾਥੀ, ਤੇ ਉਹਨਾਂ ਨੂੰ ਸੋਨੇ ਦੇ ਵਿੱਚ ਜੜਿਆ ਹੋਵੇ। ਅਨੂਪ ਉਤੰਗ, ਉਹ ਬੜੇ ਹੀ ਉੱਚੇ ਕੱਦ ਵਾਲੇ ਹੋਣ, ਬੜੇ ਉੱਚੇ ਆਕਾਰ ਦੇ, ਬੜੇ ਗਠੇ ਸਰੀਰ ਦੇ ਹਾਥੀ ਹੋਣ। ਸੁਰੰਗ ਸਵਾਰੇ, ਤੇ ਉਹਨਾਂ ਦੇ ਉੱਤੇ ਬੜਾ ਸੁੰਦਰ ਸੰਧੂਰ ਲਾਇਆ ਹੋਵੇ, ਉਹਨੂੰ ਬੜੇ ਸੁੰਦਰ ਢੰਗ ਦੇ ਨਾਲ ਉਹਨਾਂ ਹਾਥੀਆਂ ਨੂੰ ਸ਼ਿੰਗਾਰਿਆ ਹੋਵੇ। ਮਾਤੇ ਮਤੰਗ ਜਰੇ ਜਰ ਸੰਗ, ਮਤੰਗ ਦਾ ਅਰਥ ਹੁੰਦਾ ਹੈ ਸਾਧ ਸੰਗਤ ਹਾਥੀ। ਮਾਤੇ, ਮਾਤੇ ਦਾ ਅਰਥ ਹੈ ਮਤੇ ਹੋਏ, ਭਾਵ ਮਸਤ ਹੋਏ। ਜਰੇ ਜਰ ਸੰਗ, ਜਰੇ ਦਾ ਪਹਿਲੇ ਜਰੇ ਦਾ ਅਰਥ ਹੈ ਜੜੇ ਹੋਏ, ਜਰ ਸੰਗ, ਜਰ ਦਾ ਅਰਥ ਹੈ ਸੋਨੇ ਸੰਗ, ਸੋਨੇ ਦੇ ਨਾਲ, ਭਾਵ ਸੋਨੇ ਦੇ ਨਾਲ ਜੜੇ ਹੋਣ, ਮਸਤੇ ਹੋਏ ਹਾਥੀ। ਜਰੇ ਜਰ ਸੰਗ ਅਨੂਪ ਉਤੰਗ, ਅਨੂਪ ਉਹਨਾਂ ਦਾ ਆਕਾਰ ਬੜਾ ਉੱਚਾ ਹੋਵੇ, ਉਤੰਗ ਬਹੁਤ ਉੱਚੇ ਹੋਣ। ਸੁਰੰਗ ਸਵਾਰੇ, ਤੇ ਸੁਰੰਗ ਦਾ ਅਰਥ ਹੈ ਸੰਧੂਰ ਦੇ ਨਾਲ ਸਵਾਰੇ ਹੋਣ, ਸੰਧੂਰ ਉਹਨਾਂ ਦੇ ਉੱਤੇ ਲਾਇਆ ਹੋਵੇ, ਬੜੇ ਸੁੰਦਰ ਹਾਥੀ ਉਹ ਬਣਾਏ ਹੋਣ। ਕੋਟ ਤੁਰੰਗ ਕੁਰੰਗ ਸੇ ਕੂਦਤ, ਸਤਿਗੁਰੂ ਕਹਿੰਦੇ ਕਰੋੜਾਂ ਹੀ, ਤੁਰੰਗ ਦਾ ਅਰਥ ਹੁੰਦਾ ਹੈ ਘੋੜੇ। ਕੋਟ ਤੁਰੰਗ, ਅਨੇਕਾਂ ਹੀ ਜਿਹੜੇ ਆ ਨਾ, ਕਰੋੜਾਂ ਹੀ ਜਿਹੜੇ ਤੁਰੰਗ ਹੋਣ, ਘੋੜੇ ਹੋਣ। ਕੁਰੰਗ ਸੇ ਕੂਦਤ, ਕੁਰੰਗ ਦਾ ਅਰਥ ਹੈ ਹਿਰਨ, ਤੇ ਐਸੇ ਘੋੜੇ ਹੋਣ ਜਿਹੜੇ ਹਿਰਨਾਂ ਵਾਂਗੂ ਕੁੱਦਣ, ਹਿਰਨਾਂ ਵਾਂਗੂ ਨੱਚਣ ਟੱਪਣ, ਐਸੇ ਘੋੜੇ ਹੋਣ। ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ। ਸਤਿਗੁਰੂ ਕਹਿੰਦੇ ਐਸੇ ਘੋੜੇ ਹੋਣ ਜਿਹੜੇ ਹਵਾ ਦੇ ਨਾਲ ਗੱਲਾਂ ਕਰਦੇ ਹੋਣ, ਹਵਾ ਨੂੰ ਚੀਰਦੇ ਹੋਏ ਜਾਤ ਨਿਵਾਰੇ, ਭੱਜੇ ਜਾਣ ਹਵਾ ਨੂੰ ਚੀਰਦੇ ਹੋਏ, ਐਸੇ ਘੋੜੇ ਹੋਣ ਕਿ ਉਹ ਹਿਰਨਾਂ ਵਾਂਗੂ ਕੁੱਦਣ। ਤੇ ਤੁਰੰਗ ਦਾ ਅਰਥ ਹੁੰਦਾ ਹੈ ਘੋੜੇ, ਕੁਰੰਗ ਦਾ ਅਰਥ ਹੁੰਦਾ ਹੈ ਹਿਰਨ, ਕਿ ਉਹ ਕੁਰੰਗ ਹਿਰਨਾਂ ਵਾਂਗੂ ਨੱਚਦੇ ਹੋਣ, ਟੱਪਦੇ ਹੋਣ, ਤੇ ਇਸ ਤਰ੍ਹਾਂ ਭੱਜਦੇ ਹੋਣ ਜਿਵੇਂ ਹਵਾ ਨੂੰ ਚੀਰ ਕੇ ਅੱਗੇ ਲੰਘ ਜਾਂਦੇ ਹੋਣ। ਪੌਣ ਕੇ ਗੌਣ ਕੋ ਜਾਤ ਨਿਵਾਰੇ, ਸਤਿਗੁਰੂ ਕਹਿੰਦੇ ਆ ਕਿ ਮਸਤੇ ਹੋਏ ਹਾਥੀ ਜਿਹੜੇ ਹੀਰਿਆਂ ਜਵਾਹਰਾਤਾਂ ਦੇ ਨਾਲ ਸੱਜੇ ਹੋਣ, ਜਿਹੜੇ ਸੋਨੇ ਦੇ ਨਾਲ ਸੱਜੇ ਹੋਣ। ਅਨੂਪ ਉਤੰਗ, ਜਿਨ੍ਹਾਂ ਦੀ ਉਪਮਾ ਕਹੀ ਨਾ ਜਾ ਸਕੇ, ਤੇ ਉਤੰਗ ਬੜੇ ਉੱਚੇ ਹੋਣ ਉਹ, ਤੇ ਉਤੰਗ ਸੁਰੰਗ ਸਵਾਰੇ, ਬੜੇ ਹੀ ਸੁੰਦਰ ਢੰਗ ਨਾਲ ਸੰਧੂਰ ਲਾ ਕੇ ਸ਼ਿੰਗਾਰੇ ਹੋਣ। ਫਿਰ ਐਸੇ ਜਿਹੜੇ ਹਿਰਨ, ਵਾਹਿਗੁਰੂ, ਐਸੇ ਜਿਹੜੇ ਘੋੜੇ ਹੋਣ। ਕੋਟ ਤੁਰੰਗ, ਐਸੇ ਕਰੋੜਾਂ ਹੀ ਘੋੜੇ ਹੋਣ ਜਿਹੜੇ ਹਿਰਨਾਂ ਵਾਂਗੂ ਕੁੱਦਣ, ਤੇ ਹਵਾ ਨੂੰ ਚੀਰਦੇ ਹੋਏ ਭੱਜਦੇ ਜਾਣ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਸਤਿਗੁਰੂ ਕਹਿੰਦੇ ਕਿ ਭਾਰੀ ਭੁਜਾਨ, ਬੜੀਆਂ ਬਲੀ ਬਾਹਾਂ ਵਾਲੇ, ਭੁਜਾਨ ਦਾ ਅਰਥ ਬਾਹਾਂ, ਬੜੇ ਬਲੀ ਸੂਰਮੇ ਜਿਹੜੇ ਆ, ਬੜੇ ਬਲੀ ਜਿਹੜੇ ਭੂਪ, ਭੂਪ ਦਾ ਅਰਥ ਹੁੰਦਾ ਰਾਜੇ, ਬੜੇ ਬਲੀ ਰਾਜੇ ਜਿਹੜੇ ਆ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਜਿਹੜੇ ਆ ਚੰਗੀਆਂ ਤਕੜੀਆਂ ਦੇਹਾਂ ਵਾਲੇ, ਚੰਗੇ ਸਰੀਰ ਵਾਲੇ ਜਿਹੜੇ ਭੂਪਤ ਹਨ। ਭਲੀ ਬਿਦ, ਬੜੇ ਚੰਗੇ ਚੰਗੇ, ਬੜੇ ਸੁੰਦਰ ਤਰੀਕੇ ਦਾ ਨਾਲ। ਨਿਆਵਤ ਸੀਸ ਨਾ ਜਾਤ ਵਿਚਾਰੇ, ਜਿਹੜੇ ਆਣ ਕਰਕੇ ਸੀਸ ਨਵਾਉਣ, ਤੇ ਸੀਸ ਨਵਾ ਕੇ ਤੇ ਖੜੇ ਰਹਿਣ ਬੜੇ ਸੁੰਦਰ ਢੰਗ ਦੇ ਨਾਲ, ਵਿਚਾਰੇ ਨਾ ਜਾਣ ਕੇ ਕਿੰਨੇ ਕੁ ਰਾਜੇ ਹੋਣ। ਕਹਿਣ ਤੋਂ ਭਾਵ ਕੋਈ ਐਸਾ ਮਨੁੱਖ ਹੋਵੇ, ਜਿਸ ਮਨੁੱਖ ਦੇ ਕੋਲ, ਆਪਾਂ ਫੇਰ ਵਿਚਾਰ ਕਰੀਏ, ਸ਼ੁਰੂ ਤੇ ਆ ਜਾਓ, ਐਸਾ ਮਨੁੱਖ ਹੋਵੇ ਜਿਹਦੇ ਕੋਲ ਮਸਤੇ ਹੋਏ ਹਾਥੀ ਹੋਣ, ਜਿਹੜੇ ਸੋਨੇ ਨਾਲ ਜੜੇ ਹੋਣ, ਤੇ ਉਹਨਾਂ ਦੀ ਉਪਮਾ ਕਹੀ ਨਾ ਜਾਵੇ, ਤੇ ਉਹਨਾਂ ਦੇ ਉੱਤੇ ਜਿਹੜਾ ਹੈ
ਚੰਗਾ ਸੋਨਾ ਤੇ ਚੰਗਾ ਸੰਧੂਰ ਥੱਪਿਆ ਹੋਵੇ, ਬੜਾ ਸੁੰਦਰ ਲੱਗਣ ਉਹ ਹਾਥੀ। ਇਹੋ ਜਿਹੇ ਹਾਥੀਆਂ ਦਾ ਮਾਲਕ ਹੋਵੇ ਮਨੁੱਖ। ਫਿਰ ਉਹਦੇ ਕੋਲ ਕਰੋੜਾਂ ਹੀ ਘੋੜੇ ਹੋਣ, ਜਿਹੜੇ ਹਿਰਨਾਂ ਦੀ ਵਾਂਗੂ ਕੁੱਦਣ ਤੇ ਜਿਹੜੇ ਹਵਾ ਨੂੰ ਚੀਰ ਕੇ ਭੱਜ ਜਾਂਦੇ ਹੋਣ। ਐਸੇ ਉਹਦੇ ਕੋਲ ਕਰੋੜਾਂ ਹੀ ਘੋੜੇ ਹੋਣ, ਇੱਕ ਅੱਧਾ ਘੋੜਾ ਨਹੀਂ, ਕਰੋੜਾਂ ਹੀ ਘੋੜੇ ਹੋਣ ਉਸ ਮਨੁੱਖ ਦੇ ਕੋਲ। ਫਿਰ ਵੱਡੇ ਵੱਡੇ ਰਾਜੇ, ਭਾਰੀ ਭੁਜਾਨ, ਵੱਡੀਆਂ ਵੱਡੀਆਂ ਬਾਹਾਂ ਵਾਲੇ, ਚੰਗੇ ਜੁੱਸੇ ਵਾਲੇ, ਤਕੜੇ ਸਰੀਰ ਵਾਲੇ ਰਾਜੇ ਜਿਹੜੇ ਆ, ਭੂਪ ਭਲੀ ਬਿੱਦ, ਉਹਦੇ ਕੋਲ ਆਣ ਕੇ ਉਸ ਮਨੁੱਖ ਦੇ ਅੱਗੇ ਸੀਸ ਨਵਾਉਂਦੇ ਹੋਣ। ਨਿਆਵਤ ਸੀਸ ਨਾ ਜਾਤ ਵਿਚਾਰੇ, ਵਿਚਾਰੇ ਨਾ ਜਾਣ ਕਿੰਨੇ ਕੁ ਜਾਣੇ ਆ ਕੇ ਸੀਸ ਨਵਾਉਣ। ਵੱਡੇ ਵੱਡੇ ਰਾਜੇ ਉਸ ਮਨੁੱਖ ਦੇ ਅੱਗੇ ਆ ਕੇ ਝੁਕਦੇ ਹੋਣ, ਪਰ ਸਤਿਗੁਰੂ ਅਖੀਰਲੀ ਪੰਕਤੀ ਚ ਬਖਸ਼ਿਸ਼ ਕਰਦੇ, ਇਤੇ ਭਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸਤਿਗੁਰੂ ਕਹਿੰਦੇ ਆ, ਅਜਿਹਾ ਤੂੰ ਪ੍ਰਤਾਪੀ ਰਾਜਾ ਬਣ ਗਿਆ ਕਿ ਤੇਰੇ ਕੋਲ ਇੰਨੇ ਹਾਥੀ ਹੋਣ, ਇੰਨੇ ਘੋੜੇ ਹੋਣ, ਵੱਡੇ ਵੱਡੇ ਰਾਜੇ ਤੇਰੇ ਅੱਗੇ ਝੁਕਦੇ ਹੋਣ, ਪਰ ਅਜਿਹੇ ਪ੍ਰਤਾਪੀ ਰਾਜੇ ਬਣ ਗਏ ਤੇ ਫਿਰ ਕੀ ਹੋਇਆ? ਇਤੇ ਪਏ ਤੋਂ ਕਹਾ ਪਏ ਭੂਪਤ, ਤੇ ਫਿਰ ਕੀ ਹੋਇਆ ਜੇ ਤੂੰ ਏਡਾ ਵੱਡਾ ਰਾਜਾ ਬਣ ਗਿਆ? ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅਖੀਰਲੇ ਸਮੇਂ ਤੈਨੂੰ ਨੰਗਿਆ ਹੀ ਜਾਣਾ ਪੈਣਾ ਹੈ, ਨੰਗੇ ਪੈਰਾਂ ਦੇ ਨਾਲ ਇਸ ਸੰਸਾਰ ਤੋਂ ਜਾਣਾ ਪੈਣਾ ਹੈ। ਭਾਵੇਂ ਤੇਰੇ ਕੋਲ ਕਿੰਨੇ ਵੀ ਹਾਥੀ ਹੋਣ ਸ਼ਿੰਗਾਰੇ ਹੋਏ, ਤੇ ਭਾਵੇਂ ਤੇਰੇ ਕੋਲ ਜਿੰਨੇ ਮਰਜ਼ੀ ਘੋੜੇ ਹੋਣ, ਭਾਵੇਂ ਜਿੰਨੇ ਮਰਜ਼ੀ ਰਾਜੇ ਤੇਰੇ ਅੱਗੇ ਝੁਕਦੇ ਹੋਣ, ਪਰ ਅੰਤ ਨੂੰ ਤੈਨੂੰ ਨੰਗੇ ਪੈਰੀ ਇਸ ਸੰਸਾਰ ਤੋਂ ਜਾਣਾ ਪਵੇਗਾ। ਸੋ ਇਹ ਸਤਿਗੁਰਾਂ ਨੇ ਇਸ ਦੂਸਰੇ ਸਵਈਏ ਚ ਬਖਸ਼ਿਸ਼ ਕੀਤੀ ਹੈ ਕਿ ਭਾਈ, ਜਿੰਨਾ ਵੀ ਧਨ ਪਦਾਰਥ ਦੌਲਤ ਹੈ ਉਹ ਨਾਲ ਨਹੀਂ ਜਾਣੀ, ਅੰਤ ਨੂੰ ਨੰਗੇ ਪੈਰਾਂ ਦੇ ਨਾਲ ਹੀ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ। ਭਾਵੇਂ ਮਨੁੱਖ ਜਿੰਨਾ ਮਰਜ਼ੀ ਬਲੀ ਹੋਵੇ, ਜਿੰਨੇ ਮਰਜ਼ੀ ਲੋਕ ਉਹਦੇ ਅੱਗੇ ਝੁਕਦੇ ਹੋਣ, ਪਰ ਅਖੀਰਲੇ ਸਮੇਂ ਉਹਨੂੰ ਨੰਗੇ ਪੈਰਾਂ ਦੇ ਨਾਲ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ। ਉਹਦੀ ਕਿਤੇ ਵੀ ਕੋਈ ਪੁੱਛ ਨਹੀਂ ਹੈ ਜੇ ਉਹ ਪਰਮੇਸ਼ਰ ਨੂੰ ਨਹੀਂ ਯਾਦ ਕਰਦਾ। ਵਾਹਿਗੁਰੂ। ਹਾਂਜੀ, ਸਤਿਗੁਰੂ ਬਖਸ਼ਿਸ਼ ਕਰਦੇ ਆ, ਤੀਸਰਾ ਸਵਈਆ ਸ਼ੁਰੂ ਹੁੰਦਾ ਹੈ। ਸਤਿਗੁਰ ਕਹਿੰਦੇ, ਜੀਤ ਫਿਰੇ ਸਭ ਦੇਸ ਦਿਸਾਨ ਕੋ। ਅੱਛਾ, ਉੱਥੇ ਫਿਰੇ, ਇੱਥੇ ਫਿਰੇ। ਵਾਹਿਗੁਰੂ। ਜੀਤ ਫਿਰੈ ਸਭ ਦੇਸ ਦਿਸਾਨ ਕੋ। ਸਤਿਗੁਰ ਕਹਿੰਦੇ ਆ ਕਿ ਉਹ ਜਿੱਤ ਲਵੇ ਸਾਰਿਆਂ ਦੇਸ਼ਾਂ ਨੂੰ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ। ਉਹਦੇ ਮਹਿਲਾਂ ਦੇ ਵਿੱਚ ਢੋਲ ਵੱਜਦੇ ਹੋਣ, ਮਿਰਦੰਗ ਨਗਾਰੇ ਵੱਜਦੇ, ਮਿਰਦੰਗਾਂ ਵੱਜਦੀਆਂ ਹੋਣ, ਨਗਾਰੇ ਵੱਜਦੇ ਹੋਣ, ਸਾਰੇ ਹੀ ਦੇਸ਼ ਦੇਸ਼ਾਂਤਰਾਂ ਨੂੰ ਉਹ ਜਿੱਤ ਲਵੇ ਮਨੁੱਖ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਸਾਰਿਆਂ ਦੇਸ਼ਾਂ ਨੂੰ, ਸਾਰਿਆਂ ਦੇਸ਼ਾਂਤਰਾਂ ਨੂੰ, ਸਾਰੇ ਪਾਸੇ ਨੂੰ, ਹਰ ਪਾਸੇ ਜਿੱਤ ਪ੍ਰਾਪਤ ਕਰ ਲਵੇ। ਤੇ ਉਹਦੇ ਰਾਜ ਮਹਿਲ ਦੇ ਵਿੱਚ ਢੋਲ ਵੱਜਦੇ ਹੋਣ, ਮਰਦੰਗ ਵੱਜਦੀਆਂ, ਮਰਦੰਗਾਂ ਵੱਜਦੀਆਂ, ਨਗਾਰੇ ਵੱਜਦੇ ਹੋਣ। ਗੁੰਜਿਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਰਾਜ ਹਜ਼ਾਰੇ। ਸਤਿਗੁਰ ਕਹਿੰਦੇ, ਸੁੰਦਰ ਹਾਥੀ ਝਿੰਗਾੜਦੇ ਹੋਣ ਉਹਦੇ ਮਹਿਲਾਂ ਦੇ ਵਿੱਚ। ਗੁੰਜਤ ਗੂੜ, ਗੁੰਜਤ ਦਾ ਅਰਥ ਹੈ ਬੋਲਦੇ ਹੋਣ, ਗੂੜ ਗਜਾਨ ਕੇ ਸੁੰਦਰ, ਸੁੰਦਰ ਸੁੰਦਰ ਹਾਥੀ ਜਿਹੜੇ ਆ ਝਿੰਗਾੜਦੇ ਹੋਣ ਉਹਦੇ ਮਹਿਲਾਂ ਦੇ ਵਿੱਚ। ਹਿੰਸਤ ਹੈ ਰਾਜ ਹਜ਼ਾਰੇ। ਸਤਿਗੁਰੂ ਕਹਿੰਦੇ ਆ, ਭਾਵੇਂ ਹਜ਼ਾਰਾਂ ਹੀ ਘੋੜੇ ਜਿਹੜੇ ਆ, ਸ੍ਰੇਸ਼ਟ ਤੇ ਵਧੀਆ ਘੋੜੇ ਹਿਣਕਦੇ ਹੋਣ ਉਹਦੇ ਮਹਿਲਾਂ ਦੇ ਵਿੱਚ। ਗੁੰਜਤ ਗੂੜ ਗਜਾਨ ਕੇ ਸੁੰਦਰ, ਸੁੰਦਰ ਸੁੰਦਰ ਜਿਹੜੇ ਆ ਹਾਥੀ ਝਿੰਗਾੜਦੇ ਹੋਣ। ਗੁੰਜਤ ਦਾ ਅਰਥ ਹੁੰਦਾ ਹੈ ਬੋਲਣਾ, ਝਿੰਗਾੜਨਾ। ਗੂੜ ਗਜਾਨ ਕੇ ਸੁੰਦਰ, ਸੁੰਦਰ ਸੁੰਦਰ ਹਾਥੀ ਜਿਹੜੇ ਆ ਬੜੇ ਹੀ ਢੰਗ ਦੇ ਨਾਲ ਝਿੰਗਾੜਦੇ ਹੋਣ। ਫਿਰ ਉਸ ਤੋਂ ਬਾਅਦ ਹਿੰਸਤ ਹੈ ਰਾਜ ਹਜ਼ਾਰੇ। ਹੈ ਦਾ ਅਰਥ ਵੀ ਇੱਥੇ ਘੋੜੇ ਹੈ। ਇਹ ਹਿੰਸਤ ਹੈ, ਹਿੰਸਤ ਦਾ ਅਰਥ ਹਿਣਕਣਾ, ਹਿਣਕਦੇ ਹਨ। ਇਹ ਹੈ ਰਾਜ, ਭਾਵ ਘੋੜੇ ਹਜ਼ਾਰੇ, ਹਜ਼ਾਰਾਂ ਹੀ ਘੋੜੇ ਭਾਵੇਂ ਉਹਦੇ ਰਾਜ ਮਹਿਲ ਦੇ ਵਿੱਚ ਹਿਣਕਦੇ ਹੋਣ। ਭੂਤ ਭਵਿੱਖ ਭਵਾਨ ਕੇ ਭੂਪਤ। ਸਤਿਗੁਰੂ ਕਹਿੰਦੇ, ਭਾਵੇਂ ਬੀਤ ਚੁੱਕਿਆ ਕੋਈ ਰਾਜਾ ਹੈ ਜਿਹਦੇ ਕੋਲ ਇੰਨਾ ਕੁਛ ਸੀ, ਜਿਹਨੇ ਸਾਰੇ ਦੇਸ਼ਾਂ ਨੂੰ ਜਿੱਤਿਆ ਹੋਇਆ ਸੀ, ਤੇ ਭਾਵੇਂ ਕੋਈ ਭਵਿੱਖ ਦੇ ਵਿੱਚ ਆਉਣ ਵਾਲਾ ਰਾਜਾ ਹੋਵੇ। ਭੂਤ ਭਵਿੱਖ ਭਵਾਨ ਕੇ ਭੂਪਤ, ਭਾਵੇਂ ਇਸ ਵਰਤਮਾਨ ਦੇ ਵਿੱਚ ਕੋਈ ਰਾਜਾ ਹੋਵੇ, ਭਾਵੇਂ ਹੁਣ ਸੀ, ਭਾਵੇਂ ਪਹਿਲਾਂ ਸੀ, ਭਾਵੇਂ ਹੁਣ ਹੈ, ਤੇ ਭਾਵੇਂ ਆਉਣ ਵਾਲੇ ਸਮੇਂ 'ਚ ਕੋਈ ਰਾਜਾ ਹੋਵੇ ਜਿਹਦੇ ਕੋਲ ਇੰਨਾ ਕੁਝ ਹੋਵੇ, ਜਿਹਦੇ ਕੋਲ ਸੁੰਦਰ ਹਾਥੀ ਹੋਣ, ਘੋੜੇ ਹੋਣ, ਜਿਹਦੇ ਕੋਲ ਚੰਗਾ ਸਾਰੇ ਦੇਸ਼ਾਂ ਨੂੰ ਜਿਹਨੇ ਜਿੱਤਿਆ ਹੋਵੇ, ਤੇ ਢੋਲ ਵੱਜਦੇ ਹੋਣ ਉਹਦੇ ਰਾਜ ਮਹਿਲਾਂ ਦੇ ਵਿੱਚ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਸਤਿਗੁਰੂ ਕਹਿੰਦੇ, ਇਹ ਗਿਣਿਆ ਨਹੀਂ ਜਾ ਸਕਦਾ ਕਿ ਕਿੰਨੇ ਅਣਗਿਣਤ ਰਾਜੇ ਐਸੇ ਹੋਏ ਆ, ਤੇ ਐਸੇ ਹਨ, ਤੇ ਐਸੇ ਹੋਣਗੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ
नहीं जात विचारे। सतगुरु कहते कौन गिने, गिने नहीं जा सकते। कोई जात विचारे, कोई विचार दे ही नहीं सकता कि किन्ने ऐसे राजे हो चुके आ ते किन्ने हन ते किन्ने होणगे जिन्हां दे राज महलां दे विच ਜਿਹੜੇ ਢੋਲ ਖੜਕਦੇ ਸੀ, ਜਿਨ੍ਹਾਂ ਦੇ ਰਾਜ ਮਹਿਲਾਂ 'ਚ ਢੋਲ ਖੜਕ ਰਹੇ ਆ ਤੇ ਜਿਨ੍ਹਾਂ ਦੇ ਰਾਜ ਮਹਿਲਾਂ 'ਚ ਢੋਲ ਖੜਕਣਗੇ, ਜਿਨ੍ਹਾਂ ਦੇ ਰਾਜ ਮਹਿਲਾਂ ਦੇ ਵਿੱਚ ਹਾਥੀ ਜਿਹੜੇ ਸਨ, ਜਿਨ੍ਹਾਂ ਦੇ ਰਾਜ ਮਹਿਲਾਂ 'ਚ ਹਾਥੀ ਚੰਗਿਆੜਦੇ ਸਨ, ਘੋੜੇ ਹਿਣਕਦੇ ਸਨ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਕੋਲ ਆਪਾਂ ਹੁਣ ਹਾਥੀਆਂ ਦਾ ਸਮਾਂ ਨਹੀਂ ਕਹਿ ਸਕਦੇ, ਆਉਣ ਵਾਲੇ ਸਮੇਂ ਜਿਨ੍ਹਾਂ ਕੋਲ ਚੰਗੀਆਂ ਚੰਗੀਆਂ ਗੱਡੀਆਂ, ਚੰਗੇ ਚੰਗੇ ਵਾਹਨ ਹਨ, ਉਹ ਭਾਵੇਂ ਹਜ਼ਾਰਾਂ ਹੋਣਗੇ। ਸਤਿਗੁਰ ਕਹਿੰਦੇ ਵਿਚਾਰੇ ਨਹੀਂ ਜਾ ਸਕਦੇ। ਪਰ ਅਖੀਰਲੀ ਪੰਕਤੀ ਸਤਿਗੁਰਾਂ ਨੇ ਕਿਹਾ, ਸ਼੍ਰੀ ਪਤ ਸ੍ਰੀ ਭਗਵਾਨ ਭਜੇ ਬਿਨ। ਸ੍ਰੀ ਪਤ ਦਾ ਅਰਥ ਹੁੰਦਾ ਹੈ, ਸ੍ਰੀ ਦਾ ਅਰਥ ਹੁੰਦਾ ਮਾਇਆ, ਪਤ ਦਾ ਅਰਥ ਹੈ ਪਤੀ। ਮਾਇਆ ਦਾ ਪਤੀ ਕੌਣ ਹੈ? ਪਰਮੇਸ਼ਰ ਅਕਾਲ ਪੁਰਖ। ਸਤਿਗੁਰੂ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਸ਼੍ਰੀ ਭਗਵਾਨ ਭਜੇ ਬਿਨ, ਉਸ ਪਰਮੇਸ਼ਰ ਨੂੰ ਸਿਮਰਨ ਤੋਂ ਬਿਨਾ, ਉਸ ਪਰਮੇਸ਼ਰ ਨੂੰ ਯਾਦ ਕਰਨ ਤੋਂ ਬਿਨਾ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਅੰਤ ਨੂੰ ਉਹ ਮਨੁੱਖ ਜਿਨ੍ਹਾਂ ਦੇ ਘਰ ਦੇ ਵਿੱਚ, ਜਿਨ੍ਹਾਂ ਦੇ ਮਹਿਲਾਂ ਦੇ ਵਿੱਚ, ਜਿਨ੍ਹਾਂ ਦੀਆਂ ਕੋਠੀਆਂ ਦੇ ਵਿੱਚ ਨਗਾਰੇ ਢੋਲ ਵੱਜਦੇ ਸਨ, ਹਾਥੀ ਜਿਹੜੇ ਚੰਗਿਆੜਦੇ ਸਨ, ਘੋੜੇ ਹਿਣਕਦੇ ਸਨ, ਚੰਗਾ ਠਾਠ ਬਾਠ ਨਾਲ ਮਨੁੱਖ ਰਹਿੰਦਾ ਸੀ ਜਾਂ ਰਹਿ ਰਿਹਾ ਹੈ ਜਾਂ ਆਉਣ ਵਾਲੇ ਸਮੇਂ 'ਚ ਹੋਏਗਾ, ਤੇ ਉਹਦਾ ਭਲਾ ਨਹੀਂ ਹੋਣਾ ਜਿੰਨਾ ਚਿਰ ਪਰਮੇਸ਼ਰ ਨੂੰ ਨਹੀਂ ਭਜੇਗਾ, ਜਿੰਨਾ ਚਿਰ ਪਰਮੇਸ਼ਰ ਨੂੰ ਯਾਦ ਨਹੀਂ ਕਰੇਗਾ। ਅੰਤ ਕੇ ਧਾਮ ਸੁਧਾਰੇ, ਤੇ ਅੰਤ ਨੂੰ ਕਿੱਥੇ ਜਾਏਗਾ? ਜਮ ਰੋਗ। ਅੰਤ ਨੂੰ ਉਹ ਜਮਾਂ ਦੀ ਮਾਰ ਸਹੇਗਾ ਜਿਹੜਾ ਮਨੁੱਖ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਸੋ ਇਸ ਤੀਸਰੇ ਸਵਈਏ ਸਤਿਗੁਰਾਂ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿ ਭਾਈ ਉਸ ਪਰਮੇਸ਼ਰ ਨੂੰ ਜੇ ਨਾ ਸਿਮਰੇਗਾ, ਉਹਨੂੰ ਯਾਦ ਨਾ ਕਰੇਗਾ, ਧਨ ਪਦਾਰਥ ਦੌਲਤ ਜਿਹੜੀ ਹੈ ਉਹ ਏਦਾਂ ਹੀ ਰਹਿ ਜਾਣੀ ਆ। ਤੈਨੂੰ ਅਖੀਰਲੇ ਸਮੇਂ ਜਮਪੁਰੀ 'ਚ ਜਾਣਾ ਪਏਗਾ। ਤੇਰੀ ਹਾਲਤ ਜਿਹੜੀ ਹੈ ਉਹ ਅੰਤ ਨੂੰ ਬਹੁਤ ਹੀ ਮਾੜੀ ਹੋਣੀ। ਸੋ ਸਤਿਗੁਰਾਂ ਨੇ ਇਹ ਤੀਸਰੇ ਸਵਈਏ 'ਚ ਬਖਸ਼ਿਸ਼ ਕੀਤੀ ਹੈ। ਸੋ ਚੌਥੇ ਸਵਈਏ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਸਤਿਗੁਰੂ ਕਹਿੰਦੇ ਆ, ਤੀਰਥ ਨਾਨ, ਪੈਰ ਦੇ ਵਿੱਚ ਹਾਹਾ ਹੈ, ਨਾਨ ਬੋਲਣਾ, ਨਾਨ ਨਹੀਂ ਬੋਲਣਾ, ਨਹਾਉਣਾ। ਇੱਥੋਂ ਨਹਾਉਣਾ ਅਰਥ ਹੈ ਤੀਰਥ ਨਾਨ, ਦਇਆ ਦਮ ਦਾਨ। ਸੋ ਸੰਜਮ ਨੇਮ ਅਨੇਕ ਬਸਿਖ ਹੈ। ਹੁਣ ਸਤਿਗੁਰਾਂ ਨੇ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਆ, ਉਹਨਾਂ ਦੇ ਬਾਰੇ ਗੱਲ ਕੀਤੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕਰਮ ਕਰਦੇ ਆ ਨਾ, ਤੀਰਥ ਨਾਨ, ਦਇਆ ਦਮ ਦਾਨ। ਸਤਿਗੁਰੂ ਕਹਿੰਦੇ ਤੀਰਥਾਂ ਦੇ ਇਸ਼ਨਾਨ ਕਰਨ ਵਾਲੇ, ਦਇਆ ਕਰਨ ਵਾਲੇ ਮਨੁੱਖਾਂ ਦੇ ਉੱਤੇ ਜਿਹੜੇ ਦਇਆ ਕਰਦੇ ਆ, ਫਿਰ ਦਾਨ ਦਿੰਦੇ ਆ, ਦਇਆ ਦਮ ਦਾਨ, ਫਿਰ ਦਾਨ ਦਿੰਦੇ ਆ ਵਿਕਾਰਾਂ ਤੋਂ ਬਚਣ ਦੇ ਲਈ, ਫਿਰ ਉਹ ਵਿਕਾਰਾਂ ਤੋਂ ਬਚਣ ਲਈ ਸੰਜਮ ਰੱਖਦੇ ਆ, ਸੰਜਮ ਫਿਰ ਨੇਮ ਕਰਦੇ ਆ, ਨਿਯਮ ਪਾਲਦੇ, ਵੱਖ-ਵੱਖ ਤਰ੍ਹਾਂ ਦੇ ਨਿਯਮ ਰੱਖਦੇ ਆ। ਅਨੇਕ ਬਸਿਖ ਹੈ, ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਕਰਮ ਕਰਦੇ ਆ। ਤੀਰਥਾਂ ਤੇ ਨਹਾਉਂਦੇ ਆ, ਦਇਆ ਕਰਦੇ ਆ ਦੂਸਰਿਆਂ ਜੀਵਾਂ ਦੇ ਉੱਤੇ, ਤੇ ਫਿਰ ਦਾਨ ਦਿੰਦੇ ਆ ਵੱਧ ਤੋਂ ਵੱਧ, ਫਿਰ ਸੰਜਮ ਰੱਖਦੇ ਆ ਜੀਵਨ ਦੇ ਵਿੱਚ, ਫਿਰ ਉਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਨਿਯਮ ਪਾਲਦੇ ਆ, ਬਣਾਉਂਦੇ ਆ, ਆਪਣੇ ਨਿਯਮ ਬਣਾਉਂਦੇ ਆ, ਫਿਰ ਹੋਰ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਆ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਭਿੱਖ ਹੈ। ਸਤਿਗੁਰੂ ਕਹਿੰਦੇ ਵੇਦ ਜਿਹੜੇ ਆ, ਵੇਦਾਂ ਨੂੰ ਪੜ੍ਹਦੇ ਆ, ਵੇਦ ਪੁਰਾਣਾਂ ਨੂੰ ਪੜ੍ਹਦੇ ਆ, ਕਤੇਬ ਜਿਹੜੇ ਮੁਸਲਮਾਨੀ ਗ੍ਰੰਥ ਹੁੰਦੇ ਆ, ਜਿਹੜੇ ਕੁਤੇਬਾਂ ਕਹਿੰਦੇ, ਜਿਹੜੇ ਪੱਛਮ ਦੇ ਗ੍ਰੰਥ ਹਨ ਜਿੰਨੇ ਵੀ, ਜਿਨ੍ਹਾਂ ਦੇ ਵਿੱਚ ਬਾਈਬਲ, ਕੁਰਾਨ ਇਹ ਸਾਰੇ ਆ ਜਾਂਦੇ, ਉਹਨਾਂ ਨੂੰ ਕੁਰਾਨ ਕਿਹਾ ਜਾਂਦਾ ਹੈ, ਕੁਤੇਬ ਕਿਹਾ ਜਾਂਦਾ ਹੈ। ਜਿਹੜੇ ਪੱਛਮ ਦੇ ਗ੍ਰੰਥ ਹਨ ਉਹਨਾਂ ਨੂੰ ਕੁਤੇਬ ਕਿਹਾ ਜਾਂਦਾ ਹੈ। ਸਤਿਗੁਰੂ ਕਹਿੰਦੇ ਵੇਦਾਂ ਨੂੰ ਪੜ੍ਹਨ ਵਾਲੇ, ਘੋਖ ਕਰਨ ਵਾਲੇ ਵੇਦਾਂ ਦੀ, ਪੁਰਾਣਾਂ ਦੀ ਘੋਖ ਕਰਨ ਵਾਲੇ, ਪੁਰਾਣਾਂ ਨੂੰ ਪੜ੍ਹਨ ਵਾਲੇ, ਕਤੇਬਾਂ ਨੂੰ ਪੜ੍ਹਨ ਵਾਲੇ, ਕੁਰਾਨ ਨੂੰ ਪੜ੍ਹਨ ਵਾਲੇ, ਜ਼ਮੀਨ ਜਮਾਨ ਸਬਾਨ ਕੇ ਭਿੱਖ ਹੈ। ਧਰਤੀ ਉੱਤੇ ਸਤਿਗੁਰੂ ਕਹਿੰਦੇ ਉਪਲਬਧ ਸਾਰਿਆਂ ਜਿਹੜੇ ਸਮੇਂ ਦੇ ਜਿੰਨੇ ਵੀ ਗ੍ਰੰਥ ਹਨ, ਉਹਨਾਂ ਨੂੰ ਘੋਖਣ ਵਾਲੇ, ਜਿਹੜੇ ਉਹਨਾਂ ਨੂੰ ਪੜ੍ਹਦੇ ਆ, ਜਿਹੜੇ ਉਹਨਾਂ ਦੀ ਘੋਖ ਪੜਤਾਲ ਕਰਦੇ ਆ, ਜਿੰਨੇ ਵੀ ਜ਼ਮੀਨ ਦੇ ਉੱਤੇ ਧਾਰਮਿਕ ਗ੍ਰੰਥ ਹਨ, ਜਿੰਨੇ ਵੀ ਗ੍ਰੰਥ ਹਨ, ਉਹਨਾਂ ਨੂੰ ਜਾਣਨ ਵਾਲੇ, ਉਹਨਾਂ ਨੂੰ ਪੜ੍ਹਨ ਵਾਲੇ। ਪੌਣ ਆਹਾਰ ਜਤੀ ਜਥ ਧਾਰ, ਸਭੈ ਸੁਵਿਚਾਰ ਹਜ਼ਾਰ ਕ ਦੇਖੈ। ਸਤਿਗੁਰੂ ਕਹਿੰਦੇ ਜਿਹੜੇ ਪੌਣ ਆਹਾਰ ਕਰਦੇ ਆ, ਜਿਹੜੇ ਹਵਾ ਦਾ ਹੀ ਆਹਾਰ ਕਰਦੇ ਆ, ਪ੍ਰਸ਼ਾਦਾ ਛਕਦੇ ਨਹੀਂ ਹਨ,
ਹਵਾ ਦੇ ਵਿੱਚੋਂ ਹੀ ਆਪਣਾ ਜਿਹੜਾ ਹੈ ਅੰਨ ਗ੍ਰਹਿਣ ਕਰ ਲੈਂਦੇ ਆ, ਪੌਣਹਾਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਜਤੀ ਜਤ ਧਾਰ, ਤੇ ਕਈ ਜਿਹੜੇ ਜਤ ਧਾਰ ਜਿਹੜੇ ਜਤੀ ਹੋ ਕੇ ਰਹਿੰਦੇ ਆ, ਜਤ ਧਾਰ ਕੇ ਰਹਿੰਦੇ ਆ। ਸਭੈ ਸੁਵਿਚਾਰ, ਸਤਿਗੁਰ ਕਹਿੰਦੇ ਆ ਸਭੈ ਸੁਵਿਚਾਰ ਹਜ਼ਾਰਕ ਦੇਖੈ। ਹਜ਼ਾਰਾਂ ਹੀ ਵਿਚਾਰ ਪੂਰਵਕ ਸਤਿਗੁਰ ਕਹਿੰਦੇ ਮੈਂ ਵੇਖ ਲਏ, ਜਿਨ੍ਹਾਂ ਨੇ ਜਿਹੜੇ ਤੀਰਥਾਂ ਤੇ ਨਹਾਉਣ ਵਾਲੇ ਹਨ, ਦਾਨ ਕਰਨ ਵਾਲੇ ਹਨ, ਨੇਮ ਕਰਨ ਵਾਲੇ ਹਨ, ਅਨੇਕਾਂ ਹੀ ਦਾਨ ਦੇਣ ਵਾਲੇ, ਅਨੇਕਾਂ ਹੀ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਵੀ ਮੈਂ ਵੇਖ ਲਏ। ਵੇਦਾਂ ਨੂੰ ਪੜ੍ਹਨ ਵਾਲੇ, ਕਿਤਾਬਾਂ ਨੂੰ ਪੜ੍ਹਨ ਵਾਲੇ, ਕੁਰਾਨ ਨੂੰ ਪੜ੍ਹਨ ਵਾਲੇ, ਜ਼ਮੀਨ ਜ਼ਬਾਨ ਸਬਾਣ ਕੇ ਵੇਖਿਆ, ਜ਼ਮੀਨ ਉੱਤੇ ਜਿੰਨੇ ਵੀ ਬਣੇ ਹੋਏ ਗ੍ਰੰਥ ਆ ਉਹਨਾਂ ਨੂੰ ਘੋਖਣ ਵਾਲੇ, ਪੜ੍ਹਨ ਵਾਲੇ ਮੈਂ ਵੇਖਿਆ। ਪੌਣ ਆਹਾਰ, ਪੌਣ ਹਵਾ ਦਾ ਆਹਾਰ ਕਰਨ ਵਾਲੇ, ਜਤੀ ਜਤ ਧਾਰ, ਜਤ ਧਾਰਨ ਵਾਲੇ, ਸਭੇ ਸੁਵਿਚਾਰ ਹਜ਼ਾਰਕ ਦੇਖੈ। ਸਤਿਗੁਰ ਕਹਿੰਦੇ ਮੈਂ ਸਾਰੇ ਵਿਚਾਰ ਕੇ ਹਜ਼ਾਰਾਂ ਇਸ ਤਰ੍ਹਾਂ ਦੇ ਲੋਕ ਦੇਖ ਲਏ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਸਤਿਗੁਰ ਕਹਿੰਦੇ ਸ੍ਰੀ ਭਗਵਾਨ ਪਰਮਾਤਮਾ ਅਕਾਲ ਪੁਰਖ ਜੋ ਹੈ, ਸ੍ਰੀ ਮਾਇਆ ਦਾ ਪਤੀ ਜੋ ਹੈ ਭਗਵਾਨ ਅਕਾਲ ਪੁਰਖ, ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਸਤਿਗੁਰ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਜਿਹੜਾ ਰਾਜਿਆਂ ਦਾ ਰਾਜਾ ਹੈ, ਭੂਪਤ ਦਾ ਅਰਥ ਹੈ ਰਾਜਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਬਿਨਾ ਉਸ ਭੂਪਤ ਉਸ ਰਾਜੇ ਨੂੰ, ਉਸ ਅਕਾਲ ਪੁਰਖ ਨੂੰ ਸਿਮਰਨ ਤੋਂ ਬਿਨਾ ਏਕ ਰਤੀ ਬਿਨ ਏਕ ਨਾ ਲੇਖੈ। ਉਹਨਾਂ ਦਾ ਇੱਕ ਰੱਤੀ ਭਾਵ ਇੱਕ ਪ੍ਰੇਮ ਤੋਂ ਬਿਨਾ ਉਹਨਾਂ ਦਾ ਜਿਹੜਾ ਹੈ ਕੋਈ ਲੇਖਾ ਨਹੀਂ ਗਿਣਿਆ ਜਾ ਸਕਦਾ। ਜੇ ਉਹਨਾਂ ਦੇ ਇਹਨਾਂ ਕਾਰਜਾਂ ਦੇ ਵਿੱਚ ਕੋਈ ਪ੍ਰੇਮ ਨਹੀਂ ਨਾ ਹੈਗਾ, ਉਹਨਾਂ ਚਿਰ ਉਹਨਾਂ ਦਾ ਕੋਈ ਵੀ ਫਲ ਉਹਨਾਂ ਨੂੰ ਨਹੀਂ ਪ੍ਰਾਪਤ ਹੋ ਸਕਦਾ। ਭਾਵੇਂ ਉਹ ਜਿੰਨਾ ਮਰਜ਼ੀ ਜਿਹੜਾ ਹੈ ਉਹ ਜ਼ੋਰ ਲਾ ਕੇ ਤੀਰਥਾਂ ਤੇ ਨਹਾਈ ਜਾਣ, ਭਾਵੇਂ ਦਇਆ ਕਰੀ ਜਾਣ, ਦਾਨ ਦੇਈ ਜਾਣ, ਸੰਜਮ ਦੇ ਵਿੱਚ ਰਹਿਣ, ਨੇਮ ਵਿਸੇਕ ਅਨੇਕਾਂ ਤਰ੍ਹਾਂ ਦੇ ਕਰਮ ਕਾਂਡਾਂ 'ਚ ਫਸੀ ਜਾਣ, ਜਿੰਨੀਆਂ ਮਰਜ਼ੀ ਧਾਰਮਿਕ ਪੁਸਤਕਾਂ ਪੜ੍ਹੀ ਜਾਣ, ਤੇ ਜਿੰਨਾ ਮਰਜ਼ੀ ਪੌਣਹਾਰੀ ਬਣ ਕੇ ਜਤ ਧਾਰ ਕੇ ਬੈਠੇ ਰਹਿਣ, ਪਰ ਬਿਨਾਂ ਭਗਵਾਨ ਉਸ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਉਹਨਾਂ ਦਾ 1% ਵੀ ਕੋਈ ਲੇਖਾ ਨਹੀਂ ਗਿਣਿਆ ਜਾ ਸਕਦਾ। 1% ਵੀ ਉਹਨਾਂ ਦਾ ਲੇਖੇ ਨਹੀਂ ਪੈਂਦਾ, ਭਾਵੇਂ ਉਹ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਣ। ਸੋ ਸਤਿਗੁਰਾਂ ਨੇ ਇਸ ਚੌਥੇ ਸਵਈਏ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ ਕਿ ਭਾਈ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਓ, ਪਰ ਜੇ ਪਰਮੇਸ਼ਰ ਨਾਲ ਪ੍ਰੇਮ ਨਹੀਂ ਹੈ ਨਾ, ਇੱਕ ਰੱਤੀ ਦਾ ਭਾਵ ਜੇ ਇੱਕ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ ਤੇ ਫਿਰ ਤੇਰਾ ਇਹ ਕਿਸੇ ਵੀ ਲੇਖੇ ਨਹੀਂ ਆਉਣਾ। ਸੋ ਆਪਾਂ ਅੱਜ ਇਹ ਜਿਹੜੇ ਆ 4 ਸਵਈਏ ਵਿਚਾਰੇ ਹਨ। ਸੋ ਹੁਣ ਆਪ ਜੀ ਨਾਲ ਇੱਕ ਸਾਖੀ ਸਾਂਝੀ ਕਰਨਗੇ ਗਿਆਨੀ ਪਰਮਜੀਤ ਸਿੰਘ ਜੀ। ਸੋ ਆਪ ਜੀ ਨੇ ਦਾਸ ਦੀ ਫਤਿਹ ਪ੍ਰਵਾਨ ਕਰਨੀ, ਸਮਾਂ ਜਿਹੜਾ ਵਧੇਰੇ ਹੋ ਜਾਂਦਾ, ਇਸ ਕਰਕੇ ਸਮਾਪਤੀ ਕਰਾਂਗੇ। ਕੁਝ 5 ਮਿੰਟ ਦੀ ਵਿਚਾਰ, ਉਸ ਤੋਂ ਬਾਅਦ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਪਰਮਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਲਖਬੀਰ ਸਿੰਘ ਜੀ ਪਾਸੋਂ ਆਪ ਜੀ ਸੁਦਾ ਜੋ ਸਵਈਏ ਹਨ ਉਹਨਾਂ ਦੀ ਸੰਥਿਆ ਅਰਥਾਂ ਸਮੇਤ ਸ਼ਰਵਣ ਕਰ ਰਹੇ ਸੀ। ਇਹ ਚੌਥਾ ਸਵਈਆ ਜੋ ਹੈ, ਤੀਰਥ ਨਾਨ ਦਇਆ ਦਮ ਦਾਨ ਸੰਜਮ ਨੇਮ ਅਨੇਕ ਵਿਸਿਖ ਹੈ। ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਇਹ ਦੱਸਦਾ ਜਾਵਾਂ ਕਿ ਸਵਈਆਂ ਦੀ ਆਪਣੀ ਇੱਕ ਚਾਲ ਹੁੰਦੀ ਹੈ। ਉਸੇ ਚਾਲ ਦੇ ਨਾਲ ਜਿਹੜੇ ਸਵਈਏ ਨੇ ਉਹ ਪੜ੍ਹੇ ਜਾਂਦੇ ਨੇ। ਤੇ ਤੀਰਥ ਨਾਨ ਦਇਆ ਦਮ ਦਾਨ ਸੰਜਮ ਨੇਮ ਅਨੇਕ ਵਿਸਿਖ ਹੈ। ਵੇਦ ਪੁਰਾਨ ਕਤੇਬ ਪੁਰਾਨ ਜ਼ਮੀਨ ਜਮਾਨ ਸਬਾਨ ਕੇ ਵੇਖੈ। ਪੌਣ ਆਹਾਰ ਜਤੀ ਜਤ ਧਾਰ ਸੁਬਹ ਸੁਵਿਚਾਰ ਹਜ਼ਾਰ ਕੇ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ। ਇਸ ਸਵਈਏ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤੀਰਥਾਂ ਤੇ ਨਹਾਉਣ ਦਾ ਜ਼ਿਕਰ ਕੀਤਾ ਹੈ ਕਿ ਨਾ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਹੈ। ਗੱਲ ਬੜੀ ਸਿੱਧੀ ਮੁੱਕਦੀ ਹੈ ਕਿ ਸ੍ਰੀ ਭਗਵਾਨ ਭਜੇ ਬਿਨ ਭੂਪਤ, ਵਾਹਿਗੁਰੂ ਰੱਬ ਪਰਮਾਤਮਾ ਦੀ ਭਗਤੀ, ਉਹਦੀ ਬੰਦਗੀ ਤੋਂ ਬਿਨਾਂ ਕੁਝ ਵੀ ਲੇਖੇ ਨਹੀਂ ਲੱਗਣਾ। ਜੋ ਮਰਜ਼ੀ ਕਰ ਲਈਏ ਜ਼ਿੰਦਗੀ ਵਿੱਚ, ਜੋ ਮਰਜ਼ੀ ਕਰਦੇ ਰਹੀਏ। ਤੀਰਥਾਂ ਤੇ ਨਹਾਉਣ ਦਾ ਜਿੱਥੋਂ ਤੱਕ ਜ਼ਿਕਰ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੇਰੇ ਪਾਤਸ਼ਾਹ ਨੇ ਬੜੀਆਂ ਪੰਕਤੀਆਂ ਇਸ ਪਰਥਾਏ ਸਾਨੂੰ ਦੱਸੀਆਂ ਨੇ, ਬੇਅੰਤ ਉਦਾਹਰਨਾਂ ਨੇ ਗੁਰਬਾਣੀ ਦੇ ਅੰਦਰ। ਮੈਂ ਇਹ ਸਾਖੀ ਦੇ ਕੋਸ਼ਿਸ਼ ਸੇ ਅਸੀਂ ਪਹਿਲਾਂ ਵੀ ਆਪ ਨਾਲ ਸਾਂਝੇ ਕਰ ਚੁੱਕੇ ਹਾਂ, ਤੇ ਇਹ ਤਾਂ ਦੱਸਣਾ ਜ਼ਰੂਰੀ ਹੈ ਕਿ ਬਾਬਾ ਅਮਰਦਾਸ, ਗੁਰੂ ਅਮਰਦਾਸ ਬਣਨ ਤੋਂ ਪਹਿਲਾਂ ਬਾਬਾ ਅਮਰਦਾਸ ਜੀ
ਗੰਗਾ ਤੇ ਜਾ ਰਹੇ ਨੇ ਨਹਾਉਣ ਦੇ ਵਾਸਤੇ, ਇਸ਼ਨਾਨ ਕਰਨ ਦੇ ਵਾਸਤੇ। ਪਹਿਲਾਂ ਸਾਲ ਬਾਅਦ ਫਿਰ ਮਨ ਦੇ ਅੰਦਰ ਪ੍ਰਣ ਕਰ ਲਿਆ ਕਿ ਹਰ 6 ਮਹੀਨੇ ਦੇ ਬਾਅਦ ਜਾਣਾ ਹੈ। ਜਾਣਾ ਵੀ ਪੈਦਲ ਹੈ, ਜਾਣਾ ਬਾਸਰ ਕੇ, ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਾਲ ਹੈ। ਬਾਸਰ ਕੇ ਤੋਂ ਚੱਲਣਾ, ਹਰਿਦੁਆਰ ਜਾਣਾ ਹੈ, 6 ਮਹੀਨੇ ਬਾਅਦ ਜਾਣਾ, ਤੇ ਜਾਣਾ ਵੀ ਪੈਦਲ ਹੈ। 2 ਮਹੀਨੇ ਆਉਣ ਜਾਣ ਦੇ ਲੱਗਦੇ ਸੀ, 4 ਮਹੀਨੇ ਘਰ ਰਹਿਣਾ, ਫਿਰ ਤੁਰ ਪੈਣਾ। ਪਰ ਜਿਹੜੀ ਮਨ ਦੇ ਅੰਦਰ ਤਾਂਘ ਸੀ ਗੁਰੂ ਦੇ ਮਿਲਾਪ ਦੀ, ਰੱਬ ਦੇ ਮਿਲਾਪ ਦੀ, ਉਹ ਪੂਰੀ ਨਹੀਂ ਹੋ ਰਹੀ। ਮਨ ਦੀ ਭਟਕਣਾ ਖਤਮ ਨਹੀਂ ਹੋ ਰਹੀ। ਤੀਰਥਾਂ ਤੇ ਨਹਾ ਬੜਾ ਲਿਆ, ਉੱਥੇ ਜਾ ਕੇ ਇਸ਼ਨਾਨ ਤੋਂ ਬਾਅਦ ਗੰਗਾ ਦੀ ਉਸਤਤ ਵੀ, ਨਮਾਮ ਗੰਗੇ ਵੀ ਬੜੀ ਵਾਰ ਕੀਤਾ, ਪਰ ਹੱਥ ਕੁਛ ਨਹੀਂ ਲੱਗਾ। ਜਦੋਂ ਗੁਰੂ ਨਾਨਕ ਸਾਹਿਬ ਉਸੇ ਗੰਗਾ ਦੇ ਅੰਦਰ ਉਹਨਾਂ ਨੇ ਐਂਟਰੀ ਕੀਤੀ ਸੀ ਨਾ, ਉੱਥੇ ਜਿੱਥੇ ਗੁਰੂ ਅਮਰਦਾਸ ਜੀ, ਵਾਹਿਗੁਰੂ ਬਾਬਾ ਅਮਰਦਾਸ ਜੀ ਇਸ਼ਨਾਨ ਕਰ ਰਹੇ ਨੇ, ਉਸੇ ਗੰਗਾ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਗਏ ਨੇ, ਵਹਿਮ ਕੱਢਣ ਦੇ ਵਾਸਤੇ, ਭਰਮ ਕੱਢਣ ਦੇ ਵਾਸਤੇ, ਕਿ ਜੇ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ ਹੈ ਤੇ ਮੇਰਾ ਪਾਣੀ ਜਿਹੜਾ ਉਹ ਮੇਰੇ ਖੇਤਾਂ ਤੱਕ, ਪੰਜਾਬ ਤੱਕ ਕਿਉਂ ਨਹੀਂ ਜਾ ਸਕਦਾ, ਤਲਵੰਡੀ ਤੱਕ ਕਿਉਂ ਨਹੀਂ ਜਾ ਸਕਦਾ। ਇੱਕ ਵਹਿਮ ਕੱਢਣ ਦੇ ਵਾਸਤੇ ਸੀ ਇਹ। ਬਾਬਾ ਅਮਰਦਾਸ ਜੀ ਗਏ, ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਘਰੋਂ, ਗੁਰੂ ਅੰਗਦ ਪਾਤਸ਼ਾਹ ਜੀ ਦੇ ਘਰੋਂ ਰਹਿਮਤਾਂ ਮਿਲੀਆਂ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਣੇ, ਉਸ ਤੋਂ ਬਾਅਦ ਜੇ ਪਹਿਲਾਂ ਗੁਰੂ ਨਾਨਕ ਸਾਹਿਬ ਵਹਿਮ ਕੱਢਣ ਲਈ ਗਏ, ਤੇ ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵੀ ਵਹਿਮ ਕੱਢਣ ਵਾਸਤੇ ਫਿਰ ਇੱਕ ਵਾਰ ਗੰਗਾ ਤੇ ਗਏ ਸਨ, ਗੁਰੂ ਬਣਨ ਤੋਂ ਬਾਅਦ। ਇਹ ਬੋਲ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਚੌਥੇ ਪਾਤਸ਼ਾਹ ਜੀ ਨੇ ਦਰਜ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਿ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਨ ਅਰਥਾ। ਤੀਰਥਾਂ ਦਾ ਉਦਮ ਜਿਹੜਾ ਗੁਰੂ ਸਾਹਿਬ ਨੇ ਕੀਤਾ ਨਾ ਜਾਣ ਦਾ, ਇਹ ਲੋਕਾਂ ਨੂੰ ਸਮਝਾਉਣ ਵਾਸਤੇ ਸੀ ਕਿ ਤੀਰਥਾਂ ਤੇ ਜਾ ਕੇ ਨਹਾਉਣ ਦੇ ਨਾਲ ਕੁਝ ਵੀ ਹਾਸਲ ਜਿਹੜਾ ਉਹ ਨਹੀਂ ਹੋਏਗਾ, ਕੁਝ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਮੇਰੇ ਵਰਗਾ ਬੰਦਾ ਸੋਚਦਾ ਸੀ ਕਿ ਜਿੰਨੇ ਮਰਜ਼ੀ ਮੰਦੇ ਕਰਮ ਕਰ ਲਈਏ, ਉੱਥੇ ਜਾ ਕੇ ਗੰਗਾ ਤੇ ਨਹਾਵਾਂਗੇ, ਇਸ਼ਨਾਨ ਕਰਾਂਗੇ, ਤੇ ਸਾਰੇ ਮੈਲ ਜਿਹੜੇ ਪਾਪ ਨੇ ਉਹ ਲੱਥ ਜਾਣਗੇ। ਇੱਥੇ ਗੁਰੂ ਸਾਹਿਬ ਨੇ ਜਿਹੜੇ ਬੋਲ ਕੇ ਨਾ, ਤੀਰਥ ਨਹਾਨ ਦਇਆ ਦਮਦਾਨ ਸੋ ਸੰਜਮ ਅਨੇਕ ਵਿਸੇਖ ਹੈ। ਯਤਨ ਬੜਿਆਂ ਨੇ ਬੜੇ ਬੜੇ ਕੀਤੇ, ਪਰ ਯਤਨ ਇੱਕ ਵੀ ਕੰਮ ਨਾ ਆਇਆ, ਕਿਉਂਕਿ ਯਤਨ ਕੰਮ ਆਉਣਾ ਹੀ ਨਹੀਂ ਸੀ। ਗੁਰੂ ਸਾਹਿਬ ਨੇ ਕਹਿ ਦਿੱਤਾ ਨਾ, ਸ਼੍ਰੀ ਭਗਵਾਨ ਭਜੇ ਬਿਨ ਭਜੇ, ਉਹਦੀ ਬੰਦਗੀ, ਉਹਨੂੰ ਭਜਣ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ ਕੁਝ ਵੀ ਜਿਹੜਾ ਹੈ ਉਹ ਹਾਸਲ ਨਹੀਂ ਹੋਏਗਾ, ਕੁਝ ਵੀ ਹੱਥ ਨਹੀਂ ਆਏਗਾ। ਸੋ ਅੱਜ 4 ਪਹਿਲੇ ਸਵਈਏ ਜਿਹੜੇ ਨੇ, ਸੁਦਾ ਸਵਈਏ ਦੇ ਪਹਿਲੇ 4 ਪਾਠ ਜਿਹੜੇ ਉਹ ਵਿਚਾਰੇ ਗਏ ਨੇ, ਸੰਥਿਆ ਕੀਤੀ ਗਈ। ਬਾਕੀ ਦੇ ਜਿਹੜੇ ਉਹ ਕੱਲ ਵਿਚਾਰਾਂਗੇ। ਤੇ ਇੱਕ ਬੇਨਤੀ ਹੈ ਕਿ ਕਿਉਂਕਿ ਸਮਾਂ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਹੈ, ਜਿਹੜੀ ਕੱਲ ਸਵੇਰ ਦੀ ਕਲਾਸ ਉਸੇ ਟਾਈਮ ਹੀ ਰਹੇਗੀ 11:30 ਹੀ। ਜੋ ਕੱਲ ਸ਼ਾਮ ਦੀ ਕਲਾਸ ਹੈ ਉਹ 6 ਵਜੇ ਆਰੰਭ ਹੋਏਗੀ। ਹੁਣ 6:30 ਆਰੰਭ ਹੁੰਦੀ ਹੈ ਨਾ, ਕੱਲ ਤੋਂ 6 ਵਜੇ ਆਰੰਭ ਹੋਏਗੀ ਜਿਹੜੀ ਕਲਾਸ ਹੈ ਸ਼ਾਮ ਦੀ, 6 ਤੋਂ ਲਗਭਗ ਪੌਣੇ 7 ਵਜੇ ਤੱਕ, ਕਿਉਂਕਿ ਸੋਧਰ ਦਾ ਸਮਾਂ ਹੋ ਜਾਂਦਾ ਹੈ। ਤੇ ਇਹ ਦੱਸਣਾ ਇੱਕ ਵਾਰ ਜ਼ਰੂਰੀ ਸੀ। ਕੱਲ ਨੂੰ ਬੇਨਤੀ ਹੈ, ਮੈਸੇਜ ਵਿੱਚ ਵੀ ਲਿਖ ਦਿੱਤਾ ਜਾਏਗਾ ਕਿ 6 ਵਜੇ ਜਿਹੜੀ ਕਲਾਸ ਹੈ ਸੰਥਿਆ ਦੀ ਉਹ ਆਰੰਭ ਹੋਏਗੀ। ਇਹ ਸਵਈਆਂ ਦੀ ਸਮਾਪਤੀ ਤੋਂ ਬਾਅਦ ਫਿਰ ਜਾਪ ਸਾਹਿਬ ਦੀ ਸੰਥਿਆ ਜਿਹੜੀ ਨਾ, ਉਹ ਅਰਥਾਂ ਸਮੇਤ ਸੰਥਿਆ ਜਿਹੜੀ ਉਹ ਕੀਤੀ ਜਾਏਗੀ। ਤੇ ਉਸ ਤੋਂ ਬਾਅਦ ਅੱਗੇ ਫਿਰ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੋਏਗਾ ਉਸੇ ਤਰ੍ਹਾਂ ਆਪਾਂ ਯਤਨ ਕਰਾਂਗੇ। ਸੋ ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ। ਜੇ ਕਿਸੇ ਵੀਰ ਦਾ, ਭੈਣ ਦਾ ਕੋਈ ਸਵਾਲ ਹੈ ਅੱਜ ਦੀ ਸੰਥਿਆ ਦੇ ਪ੍ਰਥਾਏ, ਤੇ ਆਪ ਜੀ ਪਲੀਜ਼ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ ਜੀ। ਹਾਂਜੀ, ਵਾਹਿਗੁਰੂ ਜੀ। ਠੀਕ ਹੈ ਜੀ। ਫਿਰ ਵੀ ਕੋਈ ਆਪ ਜੀ ਦਾ ਸਵਾਲ ਹੈ ਤੇ ਉਹਨੂੰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਕਾਲ ਦੁਆਰਾ, WhatsApp ਦੁਆਰਾ, ਮੈਸੇਜ ਦੁਆਰਾ, ਜਿਵੇਂ ਆਪ ਜੀ ਨੂੰ ਠੀਕ ਲੱਗਦਾ ਹੈ। ਤੇ ਬਾਕੀ ਇਹ ਜਿਹੜਾ ਕਲਾਸ ਹੈ ਰੋਜ਼ਾਨਾ ਦੀ, ਉਹਨੂੰ YouTube ਤੇ ਇਸੇ ਤਰ੍ਹਾਂ ਹੀ ਪਾਇਆ ਜਾਂਦਾ ਹੈ, ਤੇ ਲਿੰਕ ਰੋਜ਼ਾਨਾ ਗਰੁੱਪ ਦੇ ਵਿੱਚ ਸ਼ੇਅਰ ਵੀ ਕੀਤਾ ਜਾਂਦਾ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ YouTube ਤੋਂ ਸਰਚ ਕਰਕੇ ਤੇ ਉਹਨੂੰ ਪਲੀਜ਼ ਜ਼ਰੂਰ ਇੱਕ ਵਾਰ ਸਬਸਕ੍ਰਾਈਬ ਕਰੋ ਚੈਨਲ ਨੂੰ। ਤੇ ਜੇ ਕਿਤੇ ਕੋਈ ਕਲਾਸ ਮਿਸ ਹੋ ਜਾਂਦੀ ਹੈ, ਜਾਂ ਕਿਸੇ ਹੋਰ ਨੂੰ ਤੁਸੀਂ ਇਹ ਸੰਥਿਆ ਦੀ ਕਲਾਸ ਫਾਰਵਰਡ ਕਰਨਾ ਚਾਹੁੰਦੇ ਹੋ, ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਗੇ ਵੀ ਭੇਜ ਸਕਦੇ ਹੋ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਫਤਿਹ। ਕੀ ਫਤਿਹ।